ਜਦੋਂ ਸੰਕਟ ਆ ਗਿਆ, ਭਾਵੇਂ ਉਹ ਫਿਜ਼ੀਕਲ ਸੰਕਟ ਹੈ ਜਾਂ ਕਿਸੇ ਕਿਸਮ ਦਾ ਕੋਈ ਹੋਰ, ਅੱਜ ਕੱਲ੍ਹ ਦੁਨਿਆਵੀ ਸੰਕਟ ਬੜੇ ਪੈ ਜਾਂਦੇ ਬੰਦੇ 'ਤੇ। ਸੋ ਉਸ ਸੰਕਟ ਸਮੇਂ ਕਿਵੇਂ ਵਿਵਹਾਰ ਕਰਦਾ ਵਿਅਕਤੀ, ਔਰ ਇੱਕ ਮਨੁੱਖ ਨੂੰ ਕਿਵੇਂ ਵਿਵਹਾਰ ਕਰਨਾ ਚਾਹੀਦਾ, ਕਿ ਉਸ ਦੇ ਅੰਦਰ ਕੋਈ ਇਹੋ ਜਿਹੀਆਂ ਗੈਬੀ ਸ਼ਕਤੀਆਂ ਨੇ ਜਿਹੜੀਆਂ ਉਸ ਸਮੇਂ ਸੰਕਟ ਦਾ ਸਾਹਮਣਾ ਕਰਨ ਲਈ ਜਾਗ ਉੱਠ। ਪਰ ਸਾਡੇ ਜਾਨਵਰਾਂ ਦੇ ਦਿਮਾਗ ਤਾਂ ਸਾਡੇ 'ਚ ਹੈ, ਪਰ ਉਦੋਂ ਉੱਤੇ ਵੀ ਸਾਡਾ ਇੱਕ ਲੌਜਿਕ ਦਿਮਾਗ ਆ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਨਵਾਂ ਬ੍ਰੇਨ, ਕਿਉਂਕਿ ਉਹ ਇਨਸਾਨਾਂ ਵਿੱਚ ਹੀ ਆ, ਉਹ ਜਾਨਵਰਾਂ 'ਚ ਨਹੀਂ ਹੈਗੇ। ਜਾਨਵਰ ਬਦਲ ਨਹੀਂ ਸਕਦੇ ਗੇ, ਆਪਦਾ ਖਾਣਾ ਪੀਣਾ ਨਹੀਂ ਬਦਲ ਸਕਦੇ, ਜਾਨਵਰ ਨਹੀਂ ਬਦਲ ਸਕਦੇ, ਪਰ ਇਨਸਾਨ ਬਦਲ ਸਕਦਾ। ਕਿਉਂਕਿ ਉਹਦੇ ਵਿੱਚ ਇੱਕ ਨਵਾਂ ਐਵੋਲੂਸ਼ਨਰੀ ਦਿਮਾਗ ਪਾਇਆ ਹੋਇਆ, ਜਿਹਨੂੰ ਅਸੀਂ ਪ੍ਰੀ ਫਰੰਟਲ ਕੋਰਟੈਕਸ ਜਾਂ ਉੱਪਰ ਵਾਲਾ ਹਿੱਸਾ ਕਹਿ ਦਿੰਦੇ ਹਾਂ, ਸਮਾਰਟ ਬ੍ਰੇਨ ਕਹਿ ਦਿੰਦੇ ਹਾਂ ਸਾਡੀ। ਅੱਛਾ ਬਲਵਿੰਦਰ, ਫਿਰ ਇਹਦਾ ਦਲੇਰੀ ਨਾਲ ਜਾਂ ਬੁਜ਼ਦਿਲੀ ਨਾਲ ਜਾਂ ਡਰੂ ਹੋਣ ਨਾਲ ਕੋਈ ਤਾਲੁਕ ਨਹੀਂ? ਇਹ ਕੁਦਰਤ ਦੇ ਇਹ ਮਨੋਵਿਗਿਆਨਕ ਰਿਐਕਸ਼ਨ ਹੀ ਨੇ, ਸਾਰਿਆਂ ਨੂੰ ਹੀ ਹੋ ਜਾਣਗੇ। ਤਾਂ ਕਿ ਸਾਡੇ 2 ਨਰਵਸ ਸਿਸਟਮ ਆ ਤੇ ਅਸੀਂ ਉਹਨਾਂ 'ਚੋਂ ਕਿਹੜਾ ਐਕਟੀਵੇਟ ਕਰਨਾ। ਅੱਛਾ ਜੀ। ਜੀ ਹਾਂ, ਸਾਡੇ ਅੰਦਰ ਸ਼ਾਂਤੀ ਵਾਲਾ ਵੀ ਨਰਵਸ ਸਿਸਟਮ ਆ। ਮੈਂ ਤਾਂ ਸਮਝਿਆ ਸੀ ਵੀ ਇੱਕੋ ਹੀ ਨਰਵਸ ਸਿਸਟਮ ਹੈ ਮੇਰੇ 'ਚ। ਸੋ ਬੇਸਿਕਲੀ ਤੁਹਾਡੀ ਬਾਡੀ ਐਮਰਜੈਂਸੀ ਡਿਕਲੇਅਰ ਕਰਦੀ ਆ, ਐਂਡ ਇਹ ਚੀਜ਼ ਦਾ ਧਿਆਨ ਨਾਲ ਸੁਣੋ ਕਿ ਜਦੋਂ ਤੁਹਾਡੀ ਬਾਡੀ ਐਮਰਜੈਂਸੀ ਡਿਕਲੇਅਰ ਕਰਦੀ ਆ, ਉਹ ਇਹੀ ਸੋਚਦੀ ਵੀ ਮੇਰੇ ਪਿੱਛੇ ਸ਼ੇਰ ਲੱਗਿਆ ਹੋਇਆ। ਉਨਾ ਹੀ ਡਰ ਤੁਹਾਨੂੰ ਲੱਗੂ ਜੇ ਤੁਹਾਡੇ ਰਿਐਲਿਟੀ 'ਚ ਤੁਹਾਡੇ ਸ਼ੇਰ ਪਿੱਛੇ ਲੱਗ ਜੇ। ਅੱਛਾ, ਤੁਸੀਂ ਤਾਂ ਹੈਗੇ ਮਨੋਵਿਗਿਆਨੀ, ਤੁਸੀਂ ਤਾਂ ਲੱਭਦੇ ਰਹਿੰਦੇ ਹੋ ਇਹ ਸਾਇੰਟੀਫਿਕ ਤਰੀਕੇ। ਅਸੀਂ ਹੈਗੇ ਆਮ ਆਦਮੀ, ਅਸੀਂ ਹੋਰ ਸਕੀਮਾਂ ਕੱਢੀਆਂ ਹੋਈਆਂ ਨੇ ਤੁਹਾਡੇ ਇਸ ਤਰ੍ਹਾਂ ਦੇ ਰਿਐਕਸ਼ਨ ਨੂੰ ਹਟਾਉਣ ਲਈ। ਜਦੋਂ ਫਰਜ਼ ਕਰੋ ਅਲਰਟ ਹੋਣ ਲੱਗਿਆ, ਦਿਮਾਗ ਨੇ ਆਰਡਰ ਕਰਨਾ ਸ਼ੁਰੂ ਕੀਤਾ ਜੋ ਵੀ ਤੁਹਾਡਾ ਕੈਮੀਕਲ ਰਿਐਕਸ਼ਨ, ਅਸੀਂ ਸ਼ਰਾਬ ਦਾ ਗਲਾਸ ਪੀਣਾ ਭਰ ਕੇ ਇੱਕਦਮ ਪੀ ਲੈਣਾ, ਸੁੱਟ ਲੈਣਾ, ਜਾਂ ਕੋਈ ਹੋਰ ਗੋਲੀ ਖਾ ਲੈਣੀ, ਫੀਮ ਖਾ ਲੈਣੀ, ਕੋਈ ਹੋਰ ਨਸ਼ਾ ਕਰ ਲੈਣਾ। ਐਸੀ ਕੀ ਤੈਸੀ ਬ੍ਰੇਨ ਪੂਰਾ ਫੰਕਸ਼ਨਲ ਹੀ ਨਹੀਂ ਹੋਣ ਦਿੰਦੇ। ਬ੍ਰੇਨ ਨੇ ਜਿਹਨੇ ਆਪਣੇ ਹੋਸ਼ੋ ਹਵਾਸ ਦੇ ਵਿੱਚ ਆਰਡਰ ਕਰਨਾ ਸੀ, ਹੁਣ ਧੂੰਆਂ ਕਾਰਾ ਸਵਿੱਚਾਂ ਔਨ ਕਰਨੀਆਂ ਸੀ, ਅਸੀਂ ਉਹਨੂੰ ਕਮਲਾ ਕਰ ਦਿੰਦੇ ਹਾਂ। ਫਿਰ ਉਹ ਰਿਐਕਸ਼ਨ ਹੁੰਦਾ ਹੀ ਨਹੀਂ, ਉਹ ਕਹਿੰਦੇ ਬੰਦਾ ਦਲੇਰ ਹੋ ਗਿਆ। ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋਅ ਵਿੱਚ। ਜਿਸ ਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਬਲਵਿੰਦਰ ਕੌਰ ਗਿੱਲ ਹੋਰਾਂ ਨਾਲ ਹੋਏਗੀ। ਅੱਜ ਦੀ ਜਿਹੜਾ ਟੌਪਿਕ ਹੈ ਉਹ ਬਹੁਤ ਦਿਲਚਸਪ ਵੀ ਹੈ, ਇਸ ਦੇ ਨਾਲ ਉਹ ਐਜੂਕੇਟਿਵ ਵੀ ਹੈ। ਜਦੋਂ ਵੀ ਮਨੁੱਖ ਦੇ ਉੱਤੇ ਕੋਈ ਸੰਕਟ ਪੈਂਦਾ, ਸੰਕਟ ਆਉਂਦਾ, ਔਰ ਉਦੋਂ ਉਹਦਾ ਕੀ ਰਿਐਕਸ਼ਨ ਹੁੰਦਾ। ਕਈ ਲੋਕ ਤਾਂ ਉਸ ਨੂੰ ਭਲੀ ਭਾਂਤ ਜਰ ਜਾਂਦੇ ਨੇ ਔਰ ਉਸ ਦਾ ਸਾਹਮਣਾ ਵੀ ਕਰਦੇ ਨੇ, ਫਾਈਟ ਕਰ ਸਕਦੇ ਨੇ, ਕਹਿੰਦੇ ਉਹ ਦਲੇਰ ਲੋਕ ਨੇ। ਕਈ ਲੋਕ ਉੱਥੋਂ ਭੱਜ ਜਾਂਦੇ ਨੇ, ਕਈ ਲੋਕ ਫਰੀਜ਼ ਹੋ ਜਾਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਰਾਂ, ਕਈ ਕੰਬਣ ਲੱਗ ਜਾਂਦੇ ਨੇ। ਸੋ ਕ੍ਰਾਈਸਿਸ ਦੇ ਵਿੱਚ, ਸੰਕਟ ਦੇ ਸਮੇਂ ਦੇ ਵਿੱਚ, ਜਦੋਂ ਸੰਕਟ ਆ ਗਿਆ, ਭਾਵੇਂ ਉਹ ਫਿਜ਼ੀਕਲ ਸੰਕਟ ਹੈ ਜਾਂ ਕਿਸੇ ਕਿਸਮ ਦਾ ਕੋਈ ਹੋਰ, ਅੱਜ ਕੱਲ੍ਹ ਦੁਨਿਆਵੀ ਸੰਕਟ ਬੜੇ ਪੈ ਜਾਂਦੇ ਬੰਦੇ 'ਤੇ। ਸੋ ਉਸ ਸੰਕਟ ਸਮੇਂ ਕਿਵੇਂ ਵਿਵਹਾਰ ਕਰਦਾ ਵਿਅਕਤੀ, ਔਰ ਇੱਕ ਮਨੁੱਖ ਨੂੰ ਕਿਵੇਂ ਵਿਵਹਾਰ ਕਰਨਾ ਚਾਹੀਦਾ, ਕਿ ਉਸ ਦੇ ਅੰਦਰ ਕੋਈ ਇਹੋ ਜਿਹੀਆਂ ਗੈਬੀ ਸ਼ਕਤੀਆਂ ਨੇ ਜਿਹੜੀਆਂ ਉਸ ਸਮੇਂ ਸੰਕਟ ਦਾ ਸਾਹਮਣਾ ਕਰਨ ਲਈ ਜਾਗ ਉੱਠਦੀਆਂ ਨੇ, ਜਾਂ ਕਿ ਹੈਰੈਡੀਟਰੀ, ਇਹ ਪੀੜ੍ਹੀ ਦਰ ਪੀੜ੍ਹੀ ਵਿਰਸੇ ਦੇ ਵਿੱਚ ਤੁਹਾਨੂੰ ਮਿਲਦੀ ਹੈ ਦਲੇਰੀ। ਕਈ ਲੋਕ ਕਹਿੰਦੇ ਜੀ ਉਹਦਾ ਜਦੋਂ ਡੈਥ ਹੋਈ, ਮਰਨ ਤੋਂ ਬਾਅਦ ਪੋਸਟਮਾਰਟਮ ਕੀਤਾ, ਉਹਦਾ 5 ਕਿਲੋ ਦਾ ਦਿਲ ਨਿਕਲਿਆ। ਔਰ ਦਿਲ ਦਾ ਦਲੇਰੀ ਨਾਲ ਕੋਈ ਤਾਲੁਕ ਹੈ ਜਾਂ ਕਿ ਦਿਮਾਗ ਦੀ ਗੱਲ ਹੈ? ਅੱਜ ਮਨੋਵਿਗਿਆਨਕ ਕਾਉਂਸਲਰ ਸਾਡੇ ਨਾਲ ਮਿਸ ਗਿੱਲ ਗੱਲਬਾਤ ਕਰਨਗੇ ਅਤੇ ਦੱਸਣਗੇ ਕਿ ਇਹਦੇ ਬੰਦੇ ਦਾ ਜਿਹੜਾ ਅੱਡ ਰਿਐਕਸ਼ਨ ਕਿਉਂ ਹੈ ਅਤੇ ਕੀ ਇਹ ਰਿਐਕਸ਼ਨ ਮੋਲਡ ਕੀਤੇ ਜਾ ਸਕਦੇ ਨੇ। ਬਲਵਿੰਦਰ ਕੌਰ ਗਿੱਲ ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਮਿਸਟਰ ਥਿੰਦ। ਹੁਣ ਜਿਹੜਾ ਇਹ ਸੰਕਟ ਸਮੇਂ ਮਨੁੱਖ ਦਾ ਰਿਐਕਟ ਕਰਨਾ ਉਸ ਸੰਕਟ ਦੇ ਨਾਲ, ਆਮ ਤੌਰ ਦੇ ਉੱਤੇ ਦੇਖਿਆ ਜਾਂਦਾ, ਤੁਸੀਂ ਅੱਗੇ ਇੱਕ ਮਿਸਾਲ ਦਿੱਤੀ ਸੀ ਕਿ ਜੰਗਲ ਦੇ ਵਿੱਚ ਤੁਰੇ ਜਾ ਰਹੇ ਵਿਅਕਤੀ ਦੇ ਸਾਹਮਣੇ ਸ਼ੇਰ ਆ ਜਾਂਦਾ ਜਾਂ ਬਰਾਊਨ ਬੇਅਰ ਆ ਜਾਂਦਾ, ਔਰ ਉਸ ਤੋਂ ਬਾਅਦ ਉਹਨੇ ਕੀ ਕਰਨਾ। ਪਰ ਅੱਜ ਕੱਲ੍ਹ ਸੰਕਟਾਂ ਦੀ ਜਿਹੜੀ ਆ ਉਹ ਤਰਜ਼ ਜ਼ਿੰਦਗੀ ਬਦਲਣ ਕਰਕੇ ਤਸਵੀਰ ਬਦਲ ਗਈ ਆ। ਬੈਠਿਆਂ 'ਤੇ ਸੰਕਟ ਤੁਹਾਡਾ ਸੋਸ਼ਲ ਮੀਡੀਆ 'ਤੇ ਵੀ ਆ ਸਕਦਾ, ਭੂਚਾਲ ਆ ਸਕਦਾ। ਆਹ ਦੇਖੋ, ਸੰਕਟ ਆ ਗਿਆ, ਐਕਸੀਡੈਂਟ ਹੋ ਗਿਆ, ਔਰ ਸੰਕਟ ਜਿਹੜੇ ਨੇ ਬੜੀ ਕਿਸਮ ਦੇ ਆ ਗਏ ਨੇ। ਸੋ ਉਹਨਾਂ ਸੰਕਟਾਂ ਨਾਲ ਡੀਲ ਕਰਨ ਲਈ ਦਲੇਰ ਬੰਦਾ ਠੀਕ ਰਹਿੰਦਾ। ਦਲੇਰੀ ਅਤੇ ਸੰਕਟ ਸਾਹਮਣਾ ਕਰਨ ਦੀ ਸ਼ਕਤੀ ਜਿਹੜੀ ਆ, ਇਹ ਮਨੁੱਖ ਦੀਆਂ ਪ੍ਰਵਿਰਤੀਆਂ ਨਾਲੋਂ, ਜਿਹੜੀਆਂ ਮਨੋਵਿਗਿਆਨਕ ਪ੍ਰਵਿਰਤੀਆਂ ਤੁਸੀਂ ਦੱਸਦੇ ਹੋ 3, ਕਿ ਲੜਨਾ, ਭੱਜ ਜਾਣਾ ਜਾਂ ਫਰੀਜ਼ ਹੋ ਜਾਣਾ, ਇਹਨਾਂ ਨਾਲੋਂ ਵੱਖਰੀਆਂ ਵੀ ਹੋ ਸਕਦੀਆਂ। ਦੇਖੋ ਮਿਸਟਰ ਥਿੰਦ, ਸੋ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਇੱਕ ਐਵੋਲੂਸ਼ਨਰੀ ਹਿਸਟਰੀ 'ਤੇ ਜਾਈਏ ਵੀ ਇਹ ਆਈਆਂ 'ਚ ਸਾਡੇ 'ਚ ਕਿੱਥੋਂ ਆ।
ਜਿਵੇਂ ਕਿ ਜਿਵੇਂ ਸਾਨੂੰ ਪਤਾ ਕਿ ਸਾਡਾ ਜਿਹੜਾ ਵਿਕਾਸ ਹੋਇਆ ਜੰਗਲਾਂ ਤੋਂ ਘਰਾਂ 'ਚ ਹੋਇਆ, ਹੂੰ ਤੇ ਉਹਦਾ ਟਾਈਮ ਹਜੇ ਸਾਨੂੰ ਲੱਗਦਾ ਬਹੁਤ ਥੋੜਾ ਟਾਈਮ ਹੋਇਆ ਜੰਗਲਾਂ ਤੋਂ ਘਰ ਤੱਕ ਦਾ ਵਿਕਾਸ, ਇੰਨਾ ਜ਼ਿਆਦਾ ਟਾਈਮ ਨਹੀਂ ਹੋਇਆ। ਜਿਹੜਾ ਹਿਊਮਨ ਐਵੋਲੂਸ਼ਨ ਆ ਉਹ ਬਹੁਤ ਨਿਊ ਆ। ਸੋ ਜਿਹੜੇ ਸਾਡੇ ਦਿਮਾਗ ਦੀ ਸਥਿਤੀ ਨੇ ਨਾ ਹਜੇ ਅਡੈਪਟ ਨਹੀਂ ਕੀਤਾ ਆ ਨਵੀਆਂ ਨੂੰ, ਸਾਡੀ ਦਿਮਾਗੀ ਸਿਚੁਏਸ਼ਨ। ਬਿਕਾਜ਼ ਜਿਵੇਂ ਤੁਸੀਂ ਫਾਈਟ ਫਲਾਈਟ ਫਰੀਜ਼ ਦਾ ਵੀ ਕੀਤਾ ਸੀ, ਕਿ ਐਨੀਮਲ ਕਿੰਗਡਮ ਤੋਂ ਆਉਣੇ ਆ। ਐਨੀਮਲ ਕਿੰਗਡਮ ਦਾ ਮਤਲਬ ਹੈ ਕਿ ਜਿਹੜਾ ਸਾਡਾ ਦਿਮਾਗ ਜਾਨਵਰਾਂ ਵਾਂਗੂ ਚੱਲਦਾ। ਐਗਜ਼ੈਕਟਲੀ, ਪਰ ਸਾਡੇ ਜਾਨਵਰਾਂ ਦੇ ਦਿਮਾਗ ਤਾਂ ਸਾਡੇ 'ਚ ਹੈ, ਪਰ ਉਦੋਂ ਉੱਤੇ ਵੀ ਸਾਡਾ ਇੱਕ ਲੌਜਿਕ ਦਿਮਾਗ ਆ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਨਵਾਂ ਬ੍ਰੇਨ, ਕਿਉਂਕਿ ਉਹ ਇਨਸਾਨਾਂ ਵਿੱਚ ਹੀ ਆ। ਉਹ ਜਾਨਵਰਾਂ 'ਚ ਨਹੀਂ ਹੈਗੇ। ਜਾਨਵਰ ਬਦਲ ਨਹੀਂ ਸਕਦੇਗੇ, ਆਪਦਾ ਖਾਣਾ ਪੀਣਾ ਨਹੀਂ ਬਦਲ ਸਕਦੇ, ਜਾਨਵਰ ਨਹੀਂ ਬਦਲ ਸਕਦੇ, ਪਰ ਇਨਸਾਨ ਬਦਲ ਸਕਦਾ। ਕਿਉਂਕਿ ਉਹਦੇ ਵਿੱਚ ਇੱਕ ਨਵਾਂ ਐਵੋਲੂਸ਼ਨਰੀ ਦਿਮਾਗ ਪਾਇਆ ਹੋਇਆ, ਜਿਹਨੂੰ ਅਸੀਂ ਪ੍ਰੀ ਫਰੰਟਲ ਕੋਰਟੈਕਸ ਜਾਂ ਉੱਪਰ ਵਾਲਾ ਹਿੱਸਾ ਕਹਿ ਦਿੰਦੇ ਹਾਂ, ਸਮਾਰਟ ਬ੍ਰੇਨ ਕਹਿ ਦਿੰਦੇ ਹਾਂ। ਅੱਛਾ। ਹਾਂਜੀ। ਸੋ ਜਿਵੇਂ ਆਪਾਂ ਜੰਗਲ ਦੀ ਗੱਲ ਕੀਤੀ, ਫੋਰ ਐਗਜ਼ਾਮਪਲ, ਇਹ ਜਿਹੜੇ 3 ਮੈਕੈਨਿਜ਼ਮ ਆ ਨਾ, ਸਾਡੀ ਬੋਡੀ ਸਰਵਾਈਵ ਕਰਨ ਵਾਸਤੇ ਬਣਾਏ ਗਏ ਆ। ਸਾਡੀ ਇਨਸਾਨ ਅਸੀਂ ਇੱਥੋਂ ਤੱਕ ਤਾਂ ਪਹੁੰਚੇ ਹਾਂ ਕਿਉਂਕਿ ਸਾਡੇ ਦਾਦੇ ਪੜਦਾਦੇ ਉਦੋਂ ਪਹਿਲਾਂ ਲੋਕਾਂ ਨੇ ਇਹ ਰਿਐਕਸ਼ਨ ਯੂਜ਼ ਕੀਤੇ ਆਪਦੇ ਆਪ ਨੂੰ ਬਚਾਉਣ ਵਾਸਤੇ। ਅੱਛਾ ਜੀ। ਫੋਰ ਐਗਜ਼ਾਮਪਲ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ, ਸ਼ੇਰ ਆ ਗਿਆ। ਹਾਂ, ਇੱਕ ਤਾਂ ਸ਼ੇਰ ਦਾ ਇਹ ਸੀਗਾ ਕਿ ਤੁਸੀਂ ਭੱਜ ਜਾਓ, ਫਲਾਈਟ ਕਰ ਲਓ, ਕਿਉਂਕਿ ਇੱਕ ਤਾਂ ਇਹ ਬਚਣ ਦਾ ਰਾਹ ਸੀਗਾ। ਇੱਕ ਹੋਇਆ ਸੀ ਵੀ ਜੇ ਤੁਸੀਂ ਕਿਸੇ ਨੂੰ ਸ਼ਿਕਾਰ ਕਰਨਾ ਤੇ ਫਿਰ ਤੁਸੀਂ ਫਾਈਟ ਵੀ ਕਰੋ। ਜੋ ਤੁਹਾਡੇ ਤੋਂ ਛੋਟਾ ਵਾ ਤੇ ਤੁਸੀਂ ਫਾਈਟ ਕਰਕੇ ਉਹ ਸ਼ਿਕਾਰ ਕਰਕੇ ਖਾਣਾ ਵੀ ਆ, ਤਲਵਾਰ ਕੱਢੋ, ਜੋ ਵੀ ਜਿਸ ਵੀ ਤਰੀਕੇ ਨਾਲ। ਕਿਉਂਕਿ ਲੋਕ ਫਾਈਟ ਦਾ ਮਤਲਬ ਹੈ ਐਕਸ਼ਨ। ਇਹਦਾ ਮਤਲਬ ਤੁਹਾਡੀ ਬਾਡੀ ਨੇ ਕੁਝ ਐਕਸ਼ਨ ਕੀਤਾ। ਫਲਾਈਟ ਦਾ ਮਤਲਬ ਤੁਸੀਂ ਉਸ ਥਾਂ ਤੋਂ ਭੱਜੇ ਆ, ਹਨਾ। ਸੋ ਉਦੋਂ ਆਪਾਂ ਨੂੰ ਪਤਾ ਕਿ ਲੋਕੀ ਜੰਗਲਾਂ ਦੇ ਵਿੱਚ ਹੀ ਜਾਨਵਰ ਹੀ ਖਾਂਦੇ ਹੁੰਦੇ ਸੀਗੇ, ਸ਼ਿਕਾਰ ਕਰਕੇ ਖਾਂਦੇ ਹੁੰਦੇ ਸੀ। ਸੋ ਲੜਨਾ ਵੀ ਜ਼ਰੂਰੀ ਸੀ, ਜਿੱਥੇ ਲੜਨਾ ਸੀਗਾ ਉੱਥੇ ਆਪਦੇ ਖਾਣੇ ਵਾਸਤੇ ਉਹਨਾਂ ਨੂੰ ਲੜਨਾ ਵੀ, ਹੋਰ ਵੀ ਕਈ ਚੀਜ਼ਾਂ ਵਾਸਤੇ ਉਹਨਾਂ ਨੂੰ ਲੜਨਾ ਪੈਂਦਾ ਸੀ, ਜਿੱਥੇ ਉਹਨਾਂ ਕੋਲ ਭੱਜਣ ਦੀ ਚੋਇਸ ਨਹੀਂ ਸੀ। ਹੋ ਸਕਦਾ ਉਹ ਇਹੋ ਜਿਹੀ ਸਿਚੁਏਸ਼ਨ 'ਚ ਹੋਣ ਜਿੱਥੇ ਉਹ ਭੱਜ ਨਹੀਂ ਸਕਦੇ ਤੇ ਸੋਟੀ ਉਹਨਾਂ ਦੇ ਮੂਹਰੇ ਆਈ, ਫਿਰ ਉਹਨਾਂ ਨੇ ਸੋਟੀਆਂ ਨਾਲ ਕਿਸੇ ਨੂੰ ਵੀ ਕੁੱਟਿਆ ਜਾਂ ਬੇਅਰ ਨੂੰ, ਕਿਸੇ ਨੂੰ ਵੀ। ਇੱਕ ਹੁੰਦਾ ਸੀ ਫਰੀਜ਼ ਦਾ ਮਤਲਬ, ਅੱਜ ਵੀ ਕਈ ਵਾਰ ਤੁਸੀਂ ਸ਼ੋਅ ਦੇਖੋ ਨਾ, ਕਈ ਵਾਰ ਉਹ ਐਨੀਮਲਸ ਦੇ ਸ਼ੋਅ, ਤੇ ਜੇ ਕੋਈ ਐਸਕੇਪ ਨਹੀਂ ਕਰ ਸਕਦਾ ਸਿਚੁਏਸ਼ਨ, ਉਹ ਡੈਡ ਮਹਿਸੂਸ ਕਰਨ ਲੱਗ ਜਾਂਦੇ, ਆਪਦੇ ਆਪ ਨੂੰ ਡਿਕਲੇਅਰ ਡੈਡ ਨਹੀਂ ਹੋ ਜਾਂਦੇ, ਕਿਉਂਕਿ ਉਹ ਜਿਹੜਾ ਜਾਨਵਰ ਆਉਂਦਾ ਉਹ ਸੁੰਘਦਾ, ਹਾਂ ਉਹ ਸੁੰਘਦਾ, ਉਹਨੂੰ ਲੱਗਦਾ ਕਿ ਇਹ ਡੈਡ ਆ, ਤੇ ਉਹ ਚਲਿਆ ਜਾਂਦਾ। ਉਹਨੂੰ ਅਸੀਂ ਫਰੀਜ਼ ਕਹਿੰਦੇ ਹਾਂ। ਉਹਦਾ ਮਤਲਬ ਹੈ ਕਿ ਤੁਸੀਂ ਆਪਦੀ ਬਾਡੀ ਦੀਆਂ ਸਾਰੀਆਂ ਰਿਐਕਟਿਵਿਟੀ ਸਟਾਪ ਕਰਤੀਆਂ, ਐਂਡ ਜਿਹੜਾ ਦੂਸਰਾ ਜਾਨਵਰ ਆ ਤੁਹਾਡੇ ਤੋਂ ਖਤਰਾ ਨਹੀਂ ਮਹਿਸੂਸ ਕਰ ਰਿਹਾ, ਕਿਉਂਕਿ ਤੁਸੀਂ ਮਰੇ ਹੋਏ ਹੋ ਉਹਨੂੰ ਕਿਉਂਕਿ ਤੁਸੀਂ ਪਲੇ ਡੈਡ ਕਹਿੰਦੇ ਨਾ ਆਪਾਂ, ਜਿਵੇਂ ਪਲੇ ਡੈਡ। ਕਿਵੇਂ ਅੱਜ ਕੱਲ੍ਹ ਐਨੀਮਲਸ ਦੇ ਸ਼ੋਅ ਵੀ ਆਉਂਦੇ, ਤੇ ਉਹ ਕਈ ਵਾਰ ਜਦੋਂ escape ਨਹੀਂ ਕਈ ਵਾਰ ਕਰਦੇ ਇਨਸਾਨ, ਉਹਨਾਂ ਜੰਗਲਾਂ ਦੇ ਵਿੱਚ ਗੇਮਸ ਵਗੈਰਾ ਵੀ ਆਉਂਦੀਆਂ, ਤੇ ਉਹ ਪਲੇ ਡੈਡ ਕਰਦੇ ਆ, ਵੀ ਇਹਦਾ ਮਤਲਬ ਉਹ ਜਾਨਵਰ ਸੁੰਘਦਾ ਵਾ ਤੇ ਸੁੰਘ ਕੇ ਚਲਿਆ ਜਾਂਦਾ। ਇਹ ਜਿਹੜੇ 3 ਸਾਡੀ ਬਾਡੀ ਨੂੰ ਪ੍ਰੀਜ਼ਰਵ ਕਰਨ ਦੇ ਤਰੀਕੇ ਆ, ਸਾਨੂੰ ਕੁਦਰਤ ਨੇ ਦਿੱਤੇ ਵਿਆ। ਇਹ ਕੋਈ ਐ ਨਹੀਂਗਾ ਕਿ ਤੁਹਾਡੇ 'ਚ ਜ਼ਿਆਦਾ ਮੇਰੇ 'ਚ ਘੱਟ ਆ, ਨਹੀਂ, ਇਹ ਸਾਡੇ ਤਿੰਨਾਂ ਦੇ ਵਿੱਚ, ਹਾਂ ਐਕਟੀਵੇਟ ਜ਼ਿਆਦਾ ਕਿਸੇ ਦੇ ਵਿੱਚ ਵੱਧ ਘੱਟ ਜ਼ਰੂਰ ਹੋ ਸਕਦੇ ਆ, ਹੈ ਨਾ। ਸੋ ਇਹ ਹੁੰਦਾ ਕਿ ਹੁਣ ਤੁਸੀਂ ਦੇਖੋ ਵੀ ਹੁਣ ਅਸੀਂ ਇਹ ਕੰਟਰੀ ਇੱਥੇ ਰਹਿੰਦੇ ਹਾਂ ਥਾਵਾਂ, ਹੁਣ ਅਸੀਂ ਕਹੀਏ ਸ਼ੇਰ ਤਾਂ ਸਾਡੇ ਮਗਰ ਨਹੀਂ ਲੱਗਿਆ ਹੋਇਆ, ਪਰ ਫਾਈਟ ਫਲਾਈਟ ਫਰੀ ਸਾਡੇ 'ਚ ਅਜੇ ਵੀ ਆਈ ਜਾਂਦਾ ਵਾ, ਕਿਉਂਕਿ ਸਾਡੇ ਦਿਮਾਗ ਨੇ ਜੇ ਪ੍ਰੋਪਰ ਤਰੀਕੇ ਨਾਲ ਸਿਚੁਏਸ਼ਨ ਨੂੰ ਅਡੈਪਟ ਨਹੀਂ ਕੀਤਾ। ਫੋਰ ਐਗਜ਼ਾਮਪਲ, ਜਿਹੜਾ ਕੋਈ ਮਾਈਕ 'ਤੇ ਨਹੀਂ ਖੜਾ, ਪਹਿਲਾਂ ਸਟੇਜ 'ਤੇ ਤੁਸੀਂ ਉਹਨੂੰ ਮਾਈਕ ਦੇ ਕੇ ਖੜਾ ਦਿਓ, ਉਹਦਾ ਦਿਮਾਗ ਉਵੇਂ ਹੀ ਰਿਐਕਟ ਕਰੂ ਜਿਵੇਂ ਉਹਦੇ ਪਿੱਛੇ ਸ਼ੇਰ ਲੱਗਿਆ ਹੋਇਆ। ਜਿਹੜੀ ਪਬਲਿਕ ਸਪੀਕਿੰਗ ਹੈ ਨਾ, ਜੇ ਤੁਸੀਂ ਕਿਸੇ ਨੂੰ ਖੜਾ ਦਿਓ ਜਿਹਨੇ ਕਦੇ ਨਹੀਂ ਕੀਤੀ ਵੀ, ਉਹਦੇ ਦਿਮਾਗ ਨੂੰ ਡਿਫਰੈਂਸ ਨਹੀਂ ਪਤਾ ਵੀ ਇਹ ਮੇਰੇ ਐਕਚੁਅਲੀ ਮਗਰ ਸ਼ੇਰ ਨਹੀਂ ਲੱਗਿਆ ਹੋਇਆ, ਮੇਰੇ ਮੂਹਰੇ ਲੋਕੀ ਆ ਖੜੇ ਵੇ ਜਿਹੜੇ ਮੈਨੂੰ ਸੁਣ ਰਹੇ ਆ। ਉਹਦੇ ਦਿਮਾਗ ਦੇ ਹਿਸਾਬ ਨਾਲ ਇੱਕ ਥ੍ਰੈਟ ਆ ਬਹੁਤ ਵੱਡੀ, ਐਮਰਜੈਂਸੀ ਡਿਕਲੇਅਰ ਕਰਦਾ ਦਿਮਾਗ। ਹਾਂ ਐਗਜ਼ੈਕਟਲੀ, ਐਮਰਜੈਂਸੀ ਡਿਕਲੇਅਰ ਕਰ ਦਿੰਦਾ ਦਿਮਾਗ, ਰਾਈਟ। ਸੋ ਇਹ ਚੀਜ਼ ਅਸੀਂ ਦੇਖਣਾ, ਇਹ ਫਿਰ ਉਹ ਕੰਬਣ ਲੱਗ ਜਾਂਦਾ, ਉਹਦਾ ਵੱਖ ਰਿਐਕਸ਼ਨ ਹੁੰਦਾ ਹੈ। ਹੋ ਸਕਦਾ ਤੁਹਾਨੂੰ ਸ਼ੋਅ ਨਾ ਕਰੇ, ਪਰ ਅੰਦਰੋਂ ਸਾਨੂੰ ਪਤਾ, ਅੰਦਰੋਂ ਤੁਸੀਂ ਵੀ ਚਾਹੇ ਇੱਕ ਆਦਮੀ ਹੋ ਚਾਹੇ ਇੱਕ ਔਰਤ, ਤੁਹਾਨੂੰ ਪਤਾ ਤੁਹਾਡੇ ਅੰਦਰ। ਕਿਉਂਕਿ ਮਿਸਟਰ ਥਿਨ, ਜਿਹੜੀ ਅੱਜ ਵੀ ਆਪਾਂ ਗੱਲ ਕਰਾਂਗੇ ਨਾ, ਇਹ ਜਿਹੜੀ ਸਟਰੈਸ ਆ ਇਕੱਲੇ ਮਨ 'ਤੇ ਨਹੀਂ, ਬਾਡੀ ਸਟਰੈਸ ਬਣ ਜਾਂਦੀ ਆ। ਅੱਛਾ ਜੀ। ਬਾਡੀ ਦਾ ਮਤਲਬ ਹੈ ਕਿ ਫੋਰ ਐਗਜ਼ਾਮਪਲ ਕਈ ਵਾਰ ਤੁਸੀਂ ਦੇਖ ਲਓਗੇ, ਕਈ ਵਾਰ ਆਪਣਾ ਐਗਜ਼ਾਮ ਹੁੰਦਾ ਸੀ, ਐਗਜ਼ਾਮ ਤੋਂ ਪਹਿਲਾਂ ਸਾਡਾ ਢਿੱਡ ਦੁਖਣ ਲੱਗ ਜਾਂਦਾ, ਸਾਨੂੰ ਲੂਜ਼ ਮੋਸ਼ਨ, ਇੱਦਾਂ ਇਹ ਚੀਜ਼ਾਂ ਹੁੰਦੀਆਂ। ਇਹਦਾ ਮਤਲਬ ਉਹ ਜਿਹੜੀ ਸਟਰੈਸ ਆ ਉਹ ਤੁਹਾਡੇ ਬਾਡੀ ਦੇ ਔਰਗਨ 'ਤੇ ਪੈਣ ਲੱਗ ਗਈ ਆ। ਅੱਜ ਵੀ ਤੁਸੀਂ ਦੇਖ ਲਓ ਵੀ ਨਰਵਸ ਪੀ ਇਹ ਉਹ ਐਗਜ਼ੈਕਟਲੀ ਇੱਦਾਂ ਹੁੰਦਾ ਵਾ ਲੋਕਾਂ ਨੂੰ। ਸੋ ਅਸੀਂ ਇਹ ਗੱਲ ਕਰਨੀ ਕਿ ਜਿਹੜੀ ਅਸੀਂ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਕਿਸੇ ਨੂੰ ਕਹਿ ਦਿੰਦੇ ਸਟਾਪ ਸਟਰੈਸ ਨਾ ਲੈ, ਸਟਰੈਸ ਉਹਦੀ ਬਾਡੀ 'ਤੇ ਟਰਾਂਸਲੇਟ ਹੋ ਗਈ ਹੁੰਦੀ ਆ। ਕਈ ਲੋਕਾਂ ਦਾ ਤੁਸੀਂ ਦੇਖੋ ਵੀ ਕਈ ਵਾਰ ਉਹਨਾਂ ਦੇ ਚੈਸਟ 'ਤੇ, ਕਈ ਵਾਰ ਲੋਕਾਂ ਨੂੰ ਲੱਗਦਾ ਨਾ ਕਿ ਉਹ ਪੈਨਿਕ ਅਟੈਕ ਨੂੰ ਕਹਿੰਦੇ ਲਾਈਕ ਸ਼ਾਇਦ ਮੈਨੂੰ ਹਾਰਟ ਅਟੈਕ ਹੋ ਰਿਹਾ। ਕਈ ਲੋਕ ਐਮਰਜੈਂਸੀ ਦੇ ਵਿੱਚ ਇਸ ਚੀਜ਼ ਨਾਲ ਐਂਡ ਅਪ ਹੁੰਦੇ ਆ, ਉਹਨਾਂ ਨੂੰ ਲੱਗਦਾ ਉਹ ਹਾਰਟ ਅਟੈਕ, ਪਰ ਐਕਚੁਅਲੀ ਉਹ ਪੈਨਿਕ ਅਟੈਕ ਹੁੰਦਾ ਵਾ, ਹੈ ਨਾ, ਕਿਉਂਕਿ ਤੁਹਾਡੀ ਬਾਡੀ ਅੰਦਰੋਂ ਐਮਰਜੈਂਸੀ ਡਿਕਲੇਅਰ ਕਰ ਦਿੰਦੀ ਆ, ਹੈ ਨਾ।
ਹੁਣ ਇਹ ਸਿਸਟਮ ਸੋ ਉਹ ਸਾਨੂੰ ਤਿੰਨੇ ਸਿਸਟਮ ਪ੍ਰੀਜ਼ਰਵ ਕਰਨ ਵਾਸਤੇ ਬਣਾਏ ਹੋਏ ਸੀ ਤੇ ਉਹ ਚੰਗੇ ਵੀ ਆ ਸਾਡੇ ਵਾਸਤੇ। ਅੱਛਾ ਜੀ। ਜੀ ਹਾਂ, ਉਹ ਤਿੰਨ ਚੀਜ਼ਾਂ ਸਾਨੂੰ ਆਈ ਮੀਨ ਆਫ ਕੋਰਸ ਹੁਣ ਕੋਈ ਥ੍ਰੈਟ ਆ ਗਈ ਹੈ ਤੁਹਾਡੇ ਵਿੱਚ, ਕੋਈ ਸੋਟੀ ਲਾ ਕੇ ਪੈ ਗਿਆ ਤੇ ਜੇ ਤੁਸੀਂ ਡਰੋ ਨਾ ਤੇ ਸਾਇੰਟੀਫਿਕਲੀ ਤੁਹਾਨੂੰ ਕੋਈ ਕਹਿ ਸਕਦਾ ਤੁਸੀਂ ਪਾਗਲ ਹੋ, ਤੁਹਾਡਾ ਦਿਮਾਗ ਨਹੀਂ ਕੰਮ ਕਰ ਰਿਹਾ, ਕਿਉਂਕਿ ਤੁਹਾਡੇ 'ਚ ਆਪਦੇ ਆਪ ਨੂੰ ਬਚਾਉਣ ਦੀ ਸਮਰੱਥਾ ਹੀ ਨਹੀਂ ਰਹੀ, ਪਛਾਣਨ ਦੀ ਸਮਰੱਥਾ ਨਹੀਂ ਰਹੀ ਕਿ ਮੇਰੇ ਪਿੱਛੇ ਕਿੱਡੀ ਵੱਡੀ ਥ੍ਰੈਟ ਆ। ਜੇ ਕੋਈ ਤਲਵਾਰ ਲੈ ਕੇ ਖੜਾ ਤੇ ਤੁਸੀਂ ਉਹਦੇ ਵੱਲ ਨੂੰ ਜਾਈ ਜਾਂਦੇ, ਤਾਂ ਤੁਹਾਨੂੰ ਕਹਿ ਰਿਹਾ ਮੈਂ ਮਾਰਨਾ ਤੇ ਤੁਸੀਂ ਫਿਰ ਵੀ ਉੱਧਰ ਨੂੰ ਜਾਈ ਜਾਂਦੇ ਆ। ਇਹਦੇ ਮਤਲਬ ਅਸੀਂ ਕਹਿ ਸਕਦੇ ਕਿ ਤੁਹਾਡੀ ਜਿਹੜੀਆਂ ਤੁਹਾਡੀਆਂ ਮੈਂਟਲ ਪ੍ਰੋਸੈਸ ਆ ਉਹ ਸਟੇਬਲ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ। ਰੀਅਲੀ ਜੀ ਹਾਂ। ਸਟੇਬਲ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ, ਜਾਂ ਕਿ ਇੰਨੀਆਂ ਸਟੇਬਲ ਨੇ ਕਿ ਤੁਸੀਂ ਡਰ ਨਹੀਂ ਰਹੇ, ਫੀਅਰ ਚੱਕਤਾ ਤੁਸੀਂ, ਤੁਹਾਨੂੰ ਲੱਗਦਾ ਕਿ ਮੈਂ ਇਹ ਤੋਂ ਤਲਵਾਰ ਫੜ ਲੈਣੀ ਆ ਤੇ ਮੈਂ ਇਹਨੂੰ ਹੀ ਮਾਰ ਦੇਣਾ। ਦੇਖੋ, ਜੇ ਤਾਂ ਤੁਹਾਡੇ ਕੋਲ ਸਕਿੱਲ ਆ, ਕੋਈ ਤੁਸੀਂ ਸਿੱਖੀ ਵੀ ਆ, ਜੇ ਤੁਸੀਂ ਕੌਨਫੀਡੈਂਟ, ਜਿਵੇਂ ਆਪਾਂ ਪਹਿਲਾਂ ਵੀ ਕਿਹਾ ਸੀ ਤਰਨ ਦੀ, ਜੇ ਤੁਹਾਨੂੰ ਤਰਨ ਦੀ ਸਕਿੱਲ ਆ ਤੇ ਤੁਸੀਂ ਕਿੱਡੇ ਵੀ ਡੂੰਘੇ ਪਾਣੀ 'ਚ ਚਲੇ ਜਾਵੋ, ਫਿਰ ਡਰਨਾ ਤੁਹਾਡੇ ਲਈ ਨਜਾਇਜ਼ ਆ, ਬਿਕਾਜ਼ ਤੁਹਾਨੂੰ ਤਰਨਾ ਹੁੰਦਾ ਵਾ, ਹੈ ਨਾ। ਤੁਹਾਨੂੰ ਕੋਈ ਵੀ ਕਹੀ ਜਾਵੇ ਡੂੰਘਾ, ਪਰ ਤੁਹਾਨੂੰ ਪਤਾ ਤੁਸੀਂ ਉਹਨੂੰ ਤਰ ਕੇ ਤੇ ਤੁਸੀਂ ਉਸ ਸਮੁੰਦਰ ਦੇ ਵਿੱਚ ਨਿਕਲ ਜਾਓਗੇ, ਪਰ ਤੁਹਾਨੂੰ ਤਰਨਾ ਵੀ ਨਹੀਂ ਆਉਂਦਾ ਤੇ ਤੁਸੀਂ ਕਹਿੰਦੇ ਨਹੀਂ ਮੈਂ ਤਰ ਕੇ ਦਿਖਾਉਂ ਤੈਨੂੰ, ਸਮਝਿਆ। ਇਹ ਇੱਥੇ ਸਾਡਾ ਡਿਸਫੰਕਸ਼ਨਲ ਆ ਜਿਹੜੇ ਅਲਾਰਮ ਆ ਮਿਸਟਰ ਥਿੰਡ, ਫਾਈਟ, ਫਲਾਈਟ ਤੇ ਫਰੀਜ਼, ਇਹ ਸਾਡੀ ਬਾਡੀ ਦੇ ਅਲਾਰਮ ਆ। ਪ੍ਰੋਬਲਮ ਇਹ ਹੈ ਕਿ ਜਦੋਂ ਇਹ ਅਲਾਰਮ ਡਿਸਫੰਕਸ਼ਨਲ ਹੋ ਜਾਂਦਾ, ਇਹਦੀ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਦੱਸਦੀ ਹਾਂ। ਫੋਰ ਐਗਜ਼ਾਮਪਲ, ਤੁਹਾਡੇ ਘਰੇ ਫਾਇਰ ਅਲਾਰਮ ਹੋ ਗਿਆ ਕਿਸੇ ਦਾ, ਜਾਂ ਸਾਡੇ ਘਰੇ ਫਾਇਰ ਅਲਾਰਮ ਪੜ ਗਿਆ ਤੇ ਥੋੜੀ ਬਹੁਤੀ ਕਿਤੇ ਸਮੋਕ ਸੀਗਾ, ਤੁਸੀਂ ਠੀਕ ਕਰਤਾ ਤੇ ਬੰਦ ਹੋ ਗਿਆ, ਠੀਕ ਹੈ। ਹੁਣ ਜਿਹੜਾ ਤੁਹਾਡਾ ਫਾਇਰ ਅਲਾਰਮ ਉਹ ਇੰਨਾ ਡਰ ਗਿਆ, ਜੇ ਤੁਸੀਂ ਮਾੜਾ ਜਿਹਾ ਸਟੋਵ ਔਨ ਕਰਦੇ ਹੋ ਫਿਰ ਔਨ ਹੋ ਜਾਂਦਾ, ਤੁਸੀਂ ਚਾਹ ਧਰਦੇ ਹੋ ਫਿਰ ਔਨ ਹੋ ਜਾਂਦਾ, ਤੁਸੀਂ ਆਇਰਨ ਔਨ ਕਰਦੇ ਹੋ ਫਿਰ ਔਨ, ਕਿਉਂਕਿ ਉਹਨੂੰ ਡਰ ਹੀ ਲੱਗੀ ਜਾ ਰਿਹਾ ਵੀ ਅੱਗ ਅੱਗ। ਸੈਂਸਿਟੀਵਿਟੀ ਵੱਧ ਗਈ, ਸੈਂਸਿਟੀਵਿਟੀ ਇੰਨੀ ਵੱਧ ਗਈ ਹੈ ਕਿ ਉਹ ਇੰਨਾ ਤੁਹਾਡੇ ਕੰਨਾਂ 'ਚ ਪੈ ਰਿਹਾ, ਤੁਹਾਡੀ ਤਾਂ ਲਾਈਫ ਡਿਸਫੰਕਸ਼ਨਲ ਕਰ ਦੂਗਾ। ਸਮਝੋ, ਜੇ ਤੁਸੀਂ ਆਇਰਨ ਔਨ ਕੀਤੀ ਆ, ਜਾਂ ਤੁਸੀਂ ਤਵਾ ਔਨ ਕੀਤਾ ਰੋਟੀ ਪਕਾਉਣ ਵਾਸਤੇ, ਜਾਂ ਕੋਈ ਵੀ ਫੂਡ ਬਣਾਉਣ ਵਾਸਤੇ ਅਵਨ ਔਨ ਕੀਤਾ, ਉਹਦੀ ਸੈਂਸਿਟੀਵਿਟੀ ਉਹ ਡਿਸਫੰਕਸ਼ਨਲ ਬਣਾਤੀ ਆ ਹੁਣ ਉਹਨਾਂ ਨੇ। ਹੁਣ ਉਹ ਤੁਹਾਨੂੰ ਰੈਗੂਲਰ ਕੰਮ ਹੀ ਨਹੀਂ ਕਰਨ ਦੇ ਰਿਹਾ। ਇਹੀ ਸਾਡਾ ਫਾਈਟ, ਫਲਾਈਟ, ਫਰੀਜ਼ ਰਿਸਪੌਂਸ ਆ, ਜਦੋਂ ਸਾਨੂੰ ਨੋਰਮਲ ਜ਼ਿੰਦਗੀ ਦੇ ਕੰਮ ਨਾ ਕਰਨ ਦੇਵੇ। ਅੱਛਾ, ਉਹੀ ਅਲਰਟ ਹੋ ਜਾਣਾ, ਉਹੀ ਡਰ ਜਾਣਾ। ਐਗਜ਼ੈਕਟਲੀ, ਯੈਸ। ਘਰੇ ਖੜਕਾ ਹੋ ਗਿਆ ਅੱਧੀ ਰਾਤ ਨੂੰ, ਕਈ ਵਾਰੀ ਉੱਠ ਕੇ ਕਈ ਲੋਕ ਬੈਠੇ ਰਹਿੰਦੇ ਆ, ਵੇਲੇ ਵੀ ਖੜਕਾ ਹੋਇਆ। ਐਂਡ ਜਿਹੜਾ ਸੋਸ਼ਲ ਮੀਡੀਆ, ਜੇ ਕਿਸੇ ਨੇ ਤੁਹਾਡੀ ਪਿਕਚਰ ਤੁਸੀਂ ਪਾਈ ਤੇ ਕਮੈਂਟ ਨਾ ਕੀਤਾ, ਥ੍ਰੈਟ ਚਲੀ ਗਈ ਬਾਡੀ। ਅੱਛਾ ਜੀ। ਜੇ ਕਮੈਂਟ ਕਿਸੇ ਨੇ ਗਲਤ ਵੀ ਕਰਤਾ, ਉਹ ਵੀ ਥ੍ਰੈਟ ਚਲੀ ਗਈ ਬਾਡੀ। ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ, ਉਹਨੇ ਫੋਨ ਨਹੀਂ ਚੱਕਿਆ, ਬਾਡੀ ਨੇ ਐਮਰਜੈਂਸੀ ਡਿਕਲੇਅਰ ਕਰਤੀ, ਰਾਈਟ। ਜੇ ਤੁਸੀਂ ਚਾਰ ਬੈਠੇ ਆ ਤੇ ਤਿੰਨ ਜਾਣੇ ਕਹਿੰਦੇ ਅਸੀਂ ਬਾਹਰ ਇਕੱਲੇ ਵਾਕ ਕਰਨੇ ਤੇ ਤੂੰ ਇੱਥੇ ਬੈਠ, ਤੇ ਤੁਹਾਨੂੰ ਇਕੱਲਾ ਮਹਿਸੂਸ, ਤਾਂ ਤੁਹਾਡੀ ਬਾਡੀ ਨੇ ਕਰਤਾ ਥ੍ਰੈਟ, ਐਮਰਜੈਂਸੀ ਡਿਕਲੇਅਰ। ਤੁਸੀਂ ਦੇਖੋ ਵੀ ਐਮਰਜੈਂਸੀ ਤਾਂ ਹੈ ਨਹੀਂ, ਪਰ ਡਿਕਲੇਅਰ ਹੋ ਰਹੀ ਆ। ਹੁਣ ਜੇ ਇੱਕ ਬੱਚਾ ਤਾਂ ਹੁਣ ਬਹੁਤ ਕਾਮਨ ਹੋ ਰਿਹਾ ਨਾ, ਵੀ ਜੇ ਤੁਸੀਂ ਕਿਸੇ ਪਿਆਰੇ ਨੂੰ ਫੋਨ ਕਰਦੇ ਹੋ, ਉਹ ਚੱਕ ਨਹੀਂ ਸਕਦਾ ਜਾਂ ਚੱਕ ਨਹੀਂ ਰਿਹਾ, ਫਿਰ ਦੁਬਾਰਾ ਫੋਨ ਕਰਦੇ ਹੋ, ਦੂਏ ਦਿਨ ਫੋਨ ਬਾਰ-ਬਾਰ ਕਰੀ ਜਾਂਦੇ ਹੋ, ਫਿਰ ਤੁਸੀਂ ਕਰਦੇ ਹੋ, ਫਿਰ ਤੁਸੀਂ ਫੋਨ ਨਹੀਂ ਕਰਦੇ, ਲੇਕਿਨ ਜੋ ਕੁਛ ਤੁਹਾਡੇ ਨਾਲ ਗੁਜ਼ਰ ਰਹੀ ਆ, ਮੇਰਾ ਫੋਨ ਕਿਉਂ ਨਹੀਂ ਚੁੱਕ ਰਿਹਾ। ਕਈ ਵਾਰੀ ਉਹਦੇ ਗੁੱਸਾ ਆ ਰਿਹਾ, ਕਈ ਵਾਰੀ ਉਹਦੇ 'ਤੇ ਸ਼ੱਕ ਹੋ ਰਹੀ ਆ, ਕਈ ਵਾਰੀ ਕਿੰਨੀਆਂ ਚੀਜ਼ਾਂ ਦੇ ਥਰੂ ਬੰਦਾ ਗੁਜ਼ਰ ਜਾਂਦਾ। ਉਹ ਉਸ ਕਿਸਮ ਦਾ ਇੱਕ ਰਿਐਕਸ਼ਨ ਆ, ਉਹ ਡਿਕਲੇਅਰ ਐਮਰਜੈਂਸੀ ਕੀਤੀ ਵੀ ਆ। ਕਿਉਂਕਿ ਮਿਸਟਰ ਥਿੰਡ, ਇਸ ਚੀਜ਼ ਦਾ ਵੀ ਹਿਸਟਰੀ ਆ। ਜੰਗਲਾਂ ਦੇ ਵਿੱਚ ਉਹ ਲੋਕਾਂ ਨੇ ਸਰਵਾਈਵ ਕੀਤਾ ਜਿਹੜੇ ਟਰਾਈਬ 'ਚ ਰਹਿੰਦੇ ਸੀ, ਜਿਹੜੇ ਗਰੁੱਪ 'ਚ ਰਹਿੰਦੇ ਸੀ। ਹੁਣ ਤੁਸੀਂ ਜੰਗਲ 'ਚ ਆ, ਆਲੇ ਦੁਆਲੇ ਜਾਨਵਰ ਆ, ਤੇ ਤੁਹਾਨੂੰ ਇਕੱਲਾ ਛੱਡਤਾ, ਤੁਹਾਡਾ ਦਿਮਾਗ ਐਮਰਜੈਂਸੀ ਡਿਕਲੇਅਰ ਕਰੂ, ਬਿਕਾਜ਼ ਇਕੱਲਾ ਤੁਸੀਂ ਬਚ ਨਹੀਂ ਸਕਦੇ ਉੱਥੇ, ਜਾਨਵਰ ਆ ਜਾਣਗੇ, ਖਾ ਜਾਣਗੇ। ਐਗਜ਼ੈਕਟਲੀ। ਤੇ ਇੱਥੇ ਵੀ ਅੱਜ ਵੀ ਸਾਨੂੰ ਟਰਾਈਬ ਦੇ ਵਿੱਚ ਰਹਿਣਾ ਸੇਫ ਮਹਿਸੂਸ ਹੁੰਦਾ। ਜੇ ਤੁਹਾਡਾ ਫੋਨ ਨਹੀਂ ਚੱਕਦਾ, ਐਕਚੁਅਲੀ ਤੁਹਾਨੂੰ ਆਪਦੇ ਟਰਾਈਬ 'ਚੋਂ ਪਾਸੇ ਕੱਢ ਰਿਹਾ ਵਾ, ਜਾਂ ਇੰਟੈਂਸ਼ਨਲੀ, ਪਰ ਤੁਸੀਂ ਮਹਿਸੂਸ ਕਰ ਲਿਆ, ਸੋ ਤੁਹਾਡੇ ਲਈ ਉਹ ਐਮਰਜੈਂਸੀ ਅਲਾਰਮ ਸਿਸਟਮ ਸੈੱਟ ਹੋ ਗਿਆ। ਵਾਓ, ਹਾਲੇ ਵੀ ਇਹ ਸਿਸਟਮ ਉੱਕ ਨਹੀਂ ਚੱਲ ਰਿਹਾ। ਐਗਜ਼ੈਕਟਲੀ। ਐਂਡ ਅਸੀਂ ਸੋਸ਼ਲ ਐਨੀਮਲ ਆ, ਸਾਨੂੰ ਚਾਹੀਦਾ ਵਾ, ਇਹ ਬੜੀ ਵੱਡੀ ਨੀਡ ਆ ਸਾਡੀ। ਅੱਛਾ ਬਲਵਿੰਦਰ, ਫਿਰ ਇਹਦਾ ਦਲੇਰੀ ਨਾਲ ਜਾਂ ਬੁਜ਼ਦਿਲੀ ਨਾਲ ਜਾਂ ਡਰੂ ਹੋਣ ਨਾਲ ਕੋਈ ਤਾਲੁਕ ਨਹੀਂ, ਇਹ ਕੁਦਰਤ ਦੇ, ਇਹ ਮਨੋਵਿਗਿਆਨਕ ਰਿਐਕਸ਼ਨ ਹੀ ਨੇ, ਸਾਰਿਆਂ ਨੂੰ ਹੀ ਹੋ ਜਾਣਗੇ। ਜੀ ਆ ਮਿਸਟਰ ਥਿੰਡ, ਗਾਂ ਜਾ ਕੇ ਕਈ ਬੰਦੇ ਬੜੇ ਕੂਲ ਰਹਿੰਦੇ ਆ ਐਮਰਜੈਂਸੀ ਦੇ ਵਿੱਚ, ਕ੍ਰਾਈਸਿਸ ਦੇ ਵਿੱਚ, ਜਦੋਂ ਉਹਨਾਂ ਨੂੰ ਜ਼ਿੰਦਗੀ ਦਾ ਵੀ ਖਤਰਾ ਹੋਵੇ, ਉਹ ਠਰਮੇ ਦੇ ਵਿੱਚ ਰਹਿੰਦੇ ਆ। ਕਈ ਕੰਬਣ ਲੱਗ ਜਾਂਦੇ ਆ, ਕਈ ਤਾਂ ਅੰਡਰਗਰਾਊਂਡ ਹੀ ਹੋ ਜਾਂਦੇ ਆ, ਕਈਆਂ ਦਾ ਭਾਰ ਘਟ ਜਾਂਦਾ, ਬਲੀਵ ਮੀ ਔਰ ਨਾਟ। ਜੇ ਉਹਨਾਂ ਨੂੰ ਧਮਕੀ ਆ ਜਾਏ ਜਾਨ ਦੀ, ਕਿਸੇ ਗੈਂਗਸਟਰ ਦੀ, ਰੱਬ ਨਾ ਕਰੇ, ਤੇ ਉਹ ਤਾਂ ਅੰਦਰ ਰਹਿਣ ਲੱਗ ਪੈਂਦੇ, ਕੀ ਭਾਰ ਘਟ ਜਾਂਦਾ ਉਹਨਾਂ ਦਾ, ਮੈਨੂੰ ਹੁਣ ਮਾਰ ਦੇਣਾ ਉਹਨਾਂ ਨੇ। ਸੋ ਇਸ ਕਿਸਮ ਦੀਆਂ ਜਿਹੜੀਆਂ ਐਮਰਜੈਂਸੀਜ਼ ਜਾਂ ਇਸ ਕਿਸਮ ਦੀਆਂ
ਸਿਚੁਏਸ਼ਨਸ ਨੇ, ਉਹ ਤੋਂ ਬਚਣ ਲਈ ਫਿਰ ਇਹੀ ਸਿਸਟਮ ਰਹਿਣਾ ਜਿਹੜਾ 5000 10,000 ਸਾਲ ਪਹਿਲਾਂ ਸੀ, ਜਾਂ ਕਿ ਹੁਣ ਅਸੀਂ ਜਿਵੇਂ ਬਾਕੀ ਗੱਲਾਂ ਇਵੋਲਵ ਹੋਈਆਂ ਨੇ, ਦਲੇਰੀ ਨਹੀਂ ਇਵੋਲਵ ਹੋਈ? ਮਿਸਟਰ ਤਿੰਨ ਇਹਦੇ ਲਈ ਆਪਾਂ ਗਾਂ ਜਾ ਕੇ ਵੀ ਗੱਲ ਕਰਾਂਗੇ ਕਿ ਸਾਡੇ 2 ਨਰਵਸ ਸਿਸਟਮ ਆ ਤੇ ਅਸੀਂ ਉਹਨਾਂ 'ਚੋਂ ਕਿਹੜਾ ਐਕਟੀਵੇਟ ਕਰਨਾ। ਅੱਛਾ ਜੀ। ਜੀ ਹਾਂ, ਸਾਡੇ ਅੰਦਰ ਸ਼ਾਂਤੀ ਵਾਲਾ ਵੀ ਨਰਵਸ ਸਿਸਟਮ ਆ। ਮੈਂ ਤਾਂ ਸਮਝਿਆ ਸੀ ਵੀ ਇੱਕੋ ਹੀ ਨਰਵਸ ਸਿਸਟਮ ਹੈ ਮੇਰੇ 'ਚ। ਇੱਕ ਪੈਰਾਸਿੰਪਥੈਟਿਕ ਆ, ਇੱਕ ਹੈਗਾ ਸਿੰਪਥੈਟਿਕ ਨਰਵਸ ਸਿਸਟਮ। ਦਾ ਮਤਲਬ ਆ ਐਮਰਜੈਂਸੀ ਮੋਡ। ਇੱਕ ਨਰਵਸ ਸਿਸਟਮ ਆ ਜਿਹੜਾ ਕਾਮ ਆ। ਅੱਛਾ। ਇਹ ਡਿਪੈਂਡ ਕਰਦਾ ਵੀ ਤੁਸੀਂ ਹੁਣ ਤੁਹਾਡੀ ਬਾਡੀ ਨੇ ਸਿਸਟਮ ਜ਼ਿਆਦਾ ਡੋਮੀਨੈਂਟ ਕਿਹੜਾ ਵਾ ਤੁਹਾਡੀ ਬਾਡੀ ਦੇ ਵਿੱਚ। ਫੋਰ ਐਗਜ਼ਾਮਪਲ ਕਈ ਵਾਰ ਮੇਰੇ ਕਲਾਇੰਟ ਵੀ ਆਉਂਦੇ ਆ, ਕਈ ਵਾਰ ਕਪਲ ਕਾਉਂਸਲਿੰਗ ਵੀ ਕਰੀਦੀ ਆ, ਅਤੇ ਕਈ ਵਾਰ ਉਹ ਕਹਿੰਦੇ ਵੀ ਅਸੀਂ ਹਸਬੈਂਡ ਵਾਈਫ ਲੜ ਪੈਂਦੇ ਅਤੇ ਅਸੀਂ 4-4 5-5 ਦਿਨ ਨਹੀਂ ਬੋਲੀਦਾ ਜਾਂ 10 ਦਿਨ ਨਹੀਂ ਬੋਲੀਦਾ। ਇਹ ਉਹਨਾਂ ਲੋਕਾਂ ਦਾ ਜਿਨ੍ਹਾਂ ਦਾ ਨਰਵਸ ਸਿਸਟਮ ਐਕਟਿਵ ਜ਼ਿਆਦਾ ਹੋਇਆ ਵਾ, ਐਮਰਜੈਂਸੀ ਜ਼ਿਆਦਾ ਡਿਕਲੇਅਰ ਕਰਦਾ, ਅਤੇ ਉਹਨੂੰ ਕਾਮ ਹੋਣ ਨੂੰ ਬਹੁਤ ਵਕਤ ਲੱਗਦਾ। ਅੱਛਾ। ਜਿਹੜਾ ਬੰਦਾ ਕਈ ਵਾਰ ਤੁਸੀਂ ਦੇਖੋ ਵੀ ਲੜ ਕੇ ਫਿਰ ਕਈ ਵਾਰ ਉਬਜਾ ਨਹੀਂ ਹੋ ਜਾਂਦਾ 2 ਘੰਟੇ ਬਾਅਦ, ਹਾਂ ਉਬਜਾ ਹੋ ਜਾਂਦਾ, ਜਾਂ ਆਪਾਂ ਕਹਿੰਦੇ ਕਿ ਇਹਨੂੰ ਕੋਈ ਫਰਕ ਹੀ ਨਹੀਂ ਪਿਆ 2 ਘੰਟੇ ਬਾਅਦ ਫਿਰ ਇਹ ਰਲਮ, ਕਿਉਂਕਿ ਉਹਦਾ ਨਰਵਸ ਸਿਸਟਮ ਕਾਮ ਸਥਿਤੀ ਵਿੱਚ ਮਚ ਫਾਸਟਰ ਆ ਜਾਂਦਾ ਵਾ। ਜਿਹੜੇ ਲੋਕ ਕਿੰਨਾ ਚਿਰ ਆਕੜ ਕਰਦੇ, ਕਈ ਵਾਰ ਆਪਾਂ ਪੰਜਾਬੀ 'ਚ ਕਹਿੰਦੇ ਆ, ਹੁਣ ਲੱਗਦਾ ਪਤਾ ਵੀ ਸਾਈਕੋਲੋਜੀ ਟਰਮ ਉਹਦੀ ਵੀ ਸਾਨੂੰ ਅਸੀਂ ਇੱਕ ਆਕੜ ਦਾ ਮਤਲਬ ਹੈ ਕਿ ਤੁਸੀਂ ਤੁਹਾਡੇ ਨਰਵਸ ਸਿਸਟਮ ਨੇ ਕਾਮ ਨਾ ਹੋ ਸਕਣਾ। ਉਹ ਕੌਨਸਟੈਂਟਲੀ ਆਕੜ ਰੱਖਦਾ, ਜਾਂ ਜਿਵੇਂ ਮੈਂ ਕਿਸੇ ਨੂੰ ਬੁਲਾਉਣਾ ਨਹੀਂ, ਆਈਸੋਲੇਟ ਕਰਦਾ ਵਾ ਆਪਦੇ ਆਪ ਨੂੰ ਜਾਂ ਦੂਸਰਿਆਂ ਨੂੰ। ਸੋ 2 ਨਰਵਸ ਸਿਸਟਮ ਨੇ, ਇੱਕ ਸ਼ਾਂਤੀ ਵਾਲਾ ਤੇ ਇੱਕ ਹਾਈਪਰ, ਫਾਈਟ ਫਲਾਈਟ ਫਰੀਜ਼, ਇੱਕ ਤੇ ਦੋਨੇ ਚਾਹੀਦੇ ਆ ਜ਼ਿੰਦਗੀ 'ਚ। ਪਲਵਿੰਦਰ ਜੀ, ਜਿਹੜੀ ਸਟਰੈਸ ਆ ਇਹ ਦਿਲ ਨੂੰ ਨੁਕਸਾਨ ਕਰਦੀ ਹੈ, ਦਿਮਾਗ ਨੂੰ ਕਰਦੀ ਹੈ, ਕਿ ਸਰੀਰ ਨੂੰ ਕਰਦੀ ਹੈ? ਦੇਖੋ ਮਿਸਟਰ ਦਿਨ, ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰ ਰਹੇ, ਜਦੋਂ ਤੁਹਾਡੇ ਬਾਡੀ ਨੇ ਨਾ ਡਿਕਲੇਅਰ ਕਰਤਾ ਐਮਰਜੈਂਸੀ ਕੋਡ, ਜਦੋਂ ਤੁਹਾਡੀ ਬਾਡੀ ਨੇ ਕਿਹਾ ਇੱਥੇ, ਚਾਹੇ ਉਹ ਤੁਹਾਡਾ ਹਸਬੈਂਡ ਜਾਂ ਵਾਈਫ ਤੁਹਾਨੂੰ ਛੱਡ ਕੇ ਗਿਆ, ਚਾਹੇ ਤੁਹਾਡੇ ਬੱਚੇ ਦੀ ਗ੍ਰੇਡ ਸੀ ਆਹੀ ਵੀ ਆ, ਚਾਹੇ ਤੁਹਾਡੇ ਪਿੱਛੇ ਸ਼ੇਰ ਲੱਗਿਆ ਵਾ, ਚਾਹੇ ਤੁਸੀਂ ਪਬਲਿਕ ਸਪੀਕਿੰਗ 'ਤੇ ਆ, ਚਾਹੇ ਕੋਈ ਵੀ XYZ ਚੀਜ਼ ਹੈ ਕਿ ਜੋ ਤੁਹਾਡੇ ਹਾਂ ਕਿਸੇ ਨੇ ਕੌਮੈਂਟ ਕਰਤਾ, ਜਾਂ ਤੁਹਾਡੇ ਫੇਸਬੁੱਕ 'ਤੇ ਕਿਸੇ ਨੇ ਲਾਈਕ ਹੀ ਨਹੀਂ ਕੀਤਾ, ਕੌਮੈਂਟ ਨਹੀਂ ਕੀਤਾ ਜਾਂ ਤੁਹਾਨੂੰ ਕਿਸੇ ਨੇ ਫੋਨ, ਅੱਜ ਕੱਲ੍ਹ ਤਾਂ ਪਤਾ ਲੱਗ ਜਾਂਦਾ ਵੀ ਕੌਂਟੈਕਟ ਜੇ ਤੁਹਾਨੂੰ ਕੋਈ ਡਿਲੀਟ ਕਰਦੇ ਜਾਂ ਤੁਹਾਨੂੰ ਬਲੌਕ ਕਰਦੇ, ਇੱਦਾਂ ਦੀਆਂ ਚੀਜ਼ਾਂ। ਸੋ ਬੇਸਿਕਲੀ ਤੁਹਾਡੀ ਬਾਡੀ ਐਮਰਜੈਂਸੀ ਡਿਕਲੇਅਰ ਕਰਦੀ ਆ। ਐਂਡ ਇਹ ਚੀਜ਼ ਦਾ ਧਿਆਨ ਨਾਲ ਸੁਣੋ ਕਿ ਜਦੋਂ ਤੁਹਾਡੀ ਬਾਡੀ ਐਮਰਜੈਂਸੀ ਡਿਕਲੇਅਰ ਕਰਦੀ ਆ, ਉਹ ਇਹੀ ਸੋਚਦੀ ਵੀ ਮੇਰੇ ਪਿੱਛੇ ਸ਼ੇਰ ਲੱਗਿਆ ਹੋਇਆ। ਓਨਾ ਹੀ ਡਰ ਤੁਹਾਨੂੰ ਲੱਗੂ ਜੇ ਤੁਹਾਡੇ ਰਿਐਲਿਟੀ 'ਚ ਤੁਹਾਡੇ ਸ਼ੇਰ ਪਿੱਛੇ ਲੱਗ ਜੇ, ਤੁਹਾਡੀ ਬਾਡੀ ਓਨੀ ਹੀ ਰਿਐਕਟਿਵ ਹੋਊਗੀ। ਭਾਵੇਂ ਗੁੱਸਾ ਕਰੇ, ਭਾਵੇਂ ਅਫਸੋਸ ਹੋਵੇ, ਸਟ੍ਰੈਸ ਹੋਵੇ। ਐਗਜ਼ੈਕਟਲੀ। ਸੋ ਇਹ ਦੋਨਾਂ ਸਿਚੁਏਸ਼ਨ, ਜੇ ਫੋਰ ਐਗਜ਼ਾਮਪਲ ਅਸੀਂ ਤੁਹਾਨੂੰ ਪਬਲਿਕ ਸਪੀਕਿੰਗ 'ਤੇ ਜਿਵੇਂ ਆਪਾਂ ਗੱਲ ਕਰਦੇ ਸਟੇਜ 'ਤੇ ਪਾਤੀਏ, ਅਤੇ ਇੱਕ ਜਾਂ ਬਾਅਦ ਵਿੱਚ ਅਸੀਂ ਤੁਹਾਡੇ ਪਿੱਛੇ ਸ਼ੇਰ ਲਾ ਦਈਏ, ਤੁਹਾਡੇ ਦਿਮਾਗ ਨੂੰ ਡਿਫਰੈਂਸ ਨਹੀਂ ਪਤਾ, ਉਹਨੇ ਉਹਨਾਂ ਦੋਨਾਂ ਸਿਚੁਏਸ਼ਨ 'ਚ ਸੇਮ ਰਿਐਕਸ਼ਨ ਦੇਣਾ, ਵਿਚ ਇਜ਼ ਐਮਰਜੈਂਸੀ ਕੋਡ। ਹੁਣ ਸਾਨੂੰ ਪਤਾ ਵੀ ਇੱਕ ਥਾਂ 'ਤੇ ਤਾਂ ਤੁਸੀਂ ਬਹੁਤ ਜ਼ਿਆਦਾ ਸੇਫ ਹੋ, ਸਾਨੂੰ ਪਤਾ ਸਟੇਜ 'ਤੇ ਚੜ੍ਹ ਕੇ ਤਾਂ ਤੁਹਾਨੂੰ ਕੋਈ ਤੁਹਾਨੂੰ ਤੁਸੀਂ ਡੈਡ ਨਹੀਂ ਹੋਣਾ, ਜਾਂ ਤੁਹਾਡੇ ਕੋਈ ਪਿੱਛੇ ਨਹੀਂ ਪਿਆ, ਹਾਂ ਇਹ ਸਾਨੂੰ ਪਤਾ ਵਾ। ਪਰ ਜਿਹੜਾ ਬੰਦਾ ਉਹ ਇਹ ਚੀਜ਼ ਦੇ ਥਰੂ ਜਾ ਰਿਹਾ, ਉਹਨੂੰ ਨਹੀਂ ਪਤਾ, ਉਹਦੇ ਜਿਹੜੇ ਦਿਮਾਗ ਨੂੰ ਨਹੀਂ ਪਤਾ, ਕਿਉਂਕਿ ਉਹਦੇ ਦਿਮਾਗ ਨੇ ਐਮਰਜੈਂਸੀ ਡਿਕਲੇਅਰ ਕੀਤੀ ਵੀ ਆ। ਉਨੀ ਹੋਈ ਜਿੰਨੀ ਸ਼ੇਰ ਪਿੱਛੇ ਲੱਗ ਜੇ। ਐਗਜ਼ੈਕਟਲੀ। ਜਾਂ ਉਨੀ ਹੋਈ ਜਿੰਨਾ ਵਿਆਹ ਦਾ ਕਾਰਡ ਨਹੀਂ ਆਉਣ ਤੇ ਆ। ਐਗਜ਼ੈਕਟਲੀ। ਵਿਆਹ ਹੋ ਰਹੇ ਨੇ ਜਿਨ੍ਹਾਂ ਨੂੰ ਕਾਰਡ ਨਹੀਂ ਜਾਂਦਾ ਵਿਆਹ ਦਾ, ਜਾਂ 6 ਕਾਰਡਾਂ ਦੀ ਬਜਾਏ ਇੱਕੋ ਹੀ ਜਾਂਦਾ, 5 ਨਹੀਂ ਜਾਂਦੇ, ਉਹ ਤਾਂ ਫਿਰ ਬਹੁਤ ਰਿਜੈਕਟ ਕਰਦੇ। ਹਾਂ, ਰਿਜੈਕਸ਼ਨ। ਐਗਜ਼ੈਕਟਲੀ। ਸੋ ਇਹ ਚੀਜ਼, ਸੋ ਜਦੋਂ ਮਿਸਟਰ ਦਿਨ ਸਾਡੇ ਵਿੱਚ, ਜਿਵੇਂ ਫੋਰ ਐਗਜ਼ਾਮਪਲ ਤੁਹਾਡੇ ਪਿੱਛੇ ਸ਼ੇਰ ਦੀ ਆਪਾਂ ਐਗਜ਼ਾਮਪਲ ਲੈ ਲਈਏ, ਜਿਵੇਂ ਤੁਸੀਂ ਸ਼ੇਰ ਤੁਹਾਡੇ ਪਿੱਛੇ ਭੱਜਿਆ ਜਾ ਰਿਹਾ, ਤੁਹਾਡੀ ਬਾਡੀ ਨੇ, ਤੁਹਾਡਾ ਡਾਈਜੈਸਟਿਵ ਸਿਸਟਮ ਸ਼ਟ ਡਾਊਨ ਹੁੰਦਾ ਉਸ ਵਕਤ। ਕਿਉਂਕਿ ਤੁਹਾਡੀ ਦੂਜੀ ਬਾਡੀ ਨੂੰ ਜ਼ਿਆਦਾ ਐਨਰਜੀ ਚਾਹੀਦੀ ਆ। ਤੁਸੀਂ ਦੇਖੋ ਐਗਜ਼ੈਕਟਲੀ, ਕਈ ਵਾਰ ਕਹਿੰਦੇ ਨਾ ਲੋਕੀ ਭੱਜਿਆ ਨਹੀਂ ਜਾਂਦਾ, ਸ਼ੇਰ ਮਗਰ ਲਾ ਦਿਓ ਅਤੇ ਐਂ ਓਲੰਪਿਕਸ ਵਾਲੀ ਰੇਸ ਭੱਜ ਸਕਦੇ ਹੋ। ਕਿਉਂਕਿ ਐਕਚੁਅਲੀ ਇਹ ਨਹੀਂ ਕਿ ਉਹਨਾਂ 'ਚ ਸਡਨਲੀ ਉਹਨਾਂ ਦੀ ਬਾਡੀ ਵਰਕ ਕਰਦੀ ਆ, ਉਹਨਾਂ ਦੇ ਅੰਦਰ ਕੈਮੀਕਲਸ ਉੱਦਾਂ ਦੇ ਰਿਲੀਜ਼ ਕਰਦੇ ਜਿਹੜੇ ਉਹਨਾਂ ਨੂੰ ਐਨਰਜੀ ਦਿੰਦੇ ਆ, ਤਾਂ ਉਹ ਭੱਜ ਸਕਣ, ਤਾਂ ਉਹ ਸ਼ੇਰ ਤੋਂ ਬਚਾਅ ਹੋ ਸਕੇ। ਉਦੋਂ ਫਿਰ ਡਾਈਜੈਸਟਿਵ ਸਿਸਟਮ ਬੰਦ ਹੁੰਦਾ। ਐਗਜ਼ੈਕਟਲੀ। ਕਈ ਵਾਰ ਤੁਸੀਂ ਦੇਖੋ ਵੀ ਹੁਣ ਵੀ ਕਈ ਵਾਰ ਸਟ੍ਰੈਸ ਹੋ ਜਾਵੇ ਅਤੇ ਮੋਸਟ ਲੋਕਾਂ ਦਾ ਡਾਈਜੈਸਟਿਵ ਸਿਸਟਮ ਸਲੋ ਹੋ ਜਾਂਦਾ, ਭੁੱਖ ਨਹੀਂ ਲੱਗਦੀ, ਸਲੋ ਹੋ ਜਾਂਦਾ, ਬਿਕਾਜ਼ ਉਸ ਟਾਈਮ ਉਸ ਟਾਈਮ ਤੁਹਾਨੂੰ ਰੋਟੀ ਜਾਂ ਫੂਡ ਪਹੁੰਚਾਉਣ ਦੀ ਨਹੀਂ ਤੁਹਾਡੀ ਬਾਡੀ ਨੂੰ ਕਾਹਲੀ ਹੁੰਦੀ, ਉਸ ਦਿਨ ਹੁੰਦਾ ਕਿ ਜਿਹੜੀ ਥ੍ਰੈਟ ਤੁਹਾਡੀ ਬਾਡੀ ਨੇ ਤੁਹਾਨੂੰ ਉਹ 'ਚੋਂ ਕੱਢਣਾ ਵਾ। ਕਈ ਵਾਰੀ ਲੋਕ ਕੰਪਲੇਨ ਵੀ ਕਰਦੇ, ਮੇਰੀ ਭੁੱਖ ਮਰ ਗਈ।
ਹਾਂਜੀ ਐਗਜ਼ੈਕਟਲੀ ਉਹ ਸਟ੍ਰੈਸ ਹੋਈ ਹੁੰਦੀ ਹੈ। ਐਗਜ਼ੈਕਟਲੀ ਸੋ ਸਟ੍ਰੈਸ ਐਮਰਜੈਂਸੀ ਕੋਡ ਦੇ ਵਿੱਚ ਜਿਹੜਾ ਤੁਹਾਡਾ ਡਾਈਜੈਸਟ ਸਿਸਟਮ ਆ, ਤੁਹਾਡੀ ਬਾਡੀ ਇੰਨੀ ਇੰਟੈਲੀਜੈਂਟ ਆ, ਉਹ ਸਾਰੀਆਂ ਚੀਜ਼ਾਂ ਸ਼ਟ ਡਾਊਨ ਕਰ ਦਿੰਦੀ ਜਿਹੜੀ ਉਹਨਾਂ ਦੇ ਲੋੜ ਨਹੀਂ ਹੁੰਦੀ, ਜਿਹੜੀਆਂ ਤੁਹਾਨੂੰ ਬਚਾਉਣ 'ਚ ਹੈਲਪ ਨਹੀਂ ਹੁੰਦੀਆਂ। ਕੋਈ ਵੀ ਤੁਹਾਡਾ ਆਰਗਨ ਹੈ ਜਿਹੜਾ ਤੁਹਾਨੂੰ ਬਚਾਉਣ 'ਚ ਉੱਥੇ ਹੈਲਪ ਨਹੀਂ ਕਰ ਰਿਹਾ, ਉਹ ਨਹੀਂ ਕਰਦਾ। ਉਹ ਤੁਹਾਡਾ ਹਾਰਟ ਰੇਟ ਤੇਜ਼ ਕਰ ਦਿੰਦੀ ਆ, ਤੁਹਾਡੀ ਬਰੀਦਿੰਗ ਜ਼ਿਆਦਾ ਕਰ ਦਿੰਦੀ ਆ। ਇਹ ਸਾਰੀਆਂ ਚੀਜ਼ਾਂ ਕਰਦੀ ਤਾਂ ਜੋ ਤੁਸੀਂ ਭੱਜ ਸਕੋ ਅਤੇ ਤੁਸੀਂ ਤੁਹਾਡੇ 'ਚ ਐਨਰਜੀ ਆ ਸਕੇ। ਅਤੇ ਹੁੰਦਾ ਕੀ ਸੀ ਮਿਸਟਰ ਤਿੰਨ, ਜੇ ਤਾਂ ਫੋਰ ਐਗਜ਼ਾਮਪਲ ਸ਼ੇਰ ਤੁਹਾਡੇ ਮਗਰ ਲੱਗਿਆ ਹੋਇਆ ਅਤੇ ਤੁਹਾਡੇ 'ਚ ਬਾਡੀ ਨੇ ਐਮਰਜੈਂਸੀ ਕੋਡ ਕੀਤਾ ਅਤੇ ਤੁਹਾਡੀ ਬਾਡੀ ਨੇ ਕੈਮੀਕਲਸ ਰਿਲੀਜ਼, ਸਟ੍ਰੈਸ ਕੈਮੀਕਲਸ ਰਿਲੀਜ਼ ਕੀਤੇ। ਜਿਹੜੇ ਸਟ੍ਰੈਸ ਕੈਮੀਕਲ ਹੁੰਦੇ ਆ ਉਹ ਤੁਹਾਡੀ ਬਾਡੀ ਨੂੰ ਐਨਰਜੀ ਦਿੰਦੇ ਅਤੇ ਤੁਸੀਂ ਭੱਜਦੇ ਆ ਬਹੁਤ ਦੇਰ ਤੱਕ। ਹੁਣ ਐਵੇਂ ਆ ਕਿ ਤੁਸੀਂ ਕੰਪਿਊਟਰ ਦੇ ਸਾਹਮਣੇ ਬੈਠੇ ਹੋ, ਭੱਜ ਤਾਂ ਸਕਦੇ ਨਹੀਂ। ਹਾਂ, ਤੁਸੀਂ ਫੇਸਬੁੱਕ 'ਤੇ ਫੋਟੋ ਪਾਈ ਅਤੇ ਕਿਸੇ ਨੇ ਕੌਮੈਂਟ ਨਹੀਂ ਕੀਤਾ, ਜਾਂ ਜੀ ਤੋਂ ਤੁਸੀਂ ਐਕਸਪੈਕਟ ਕਰਦੇ ਸੀ ਉਹਨੇ ਨਹੀਂ ਕੌਮੈਂਟ ਕੀਤਾ। ਹੁਣ ਤੁਹਾਡੀ ਬਾਡੀ ਨੂੰ ਨਹੀਂ ਪਤਾ ਵੀ ਮੇਰੇ ਪਿੱਛੇ ਸ਼ੇਰ ਨਹੀਂ, ਇਹ ਤਾਂ ਫੇਸਬੁੱਕ ਆ, ਉਹਨੇ ਸ਼ੇਰ ਲਈ ਰਿਐਕਟ ਕਰਨਾ। ਅਤੇ ਜਿਹੜਾ ਬਾਡੀ ਦਾ ਸਿਸਟਮ, ਜਿਹੜੇ ਕੈਮੀਕਲਸ ਤੁਸੀਂ ਰਿਲੀਜ਼ ਕਰਨੇ ਆ, ਉਹ ਬਾਡੀ ਨੇ ਇਸ ਕਰਕੇ ਰਿਲੀਜ਼ ਕਰਨੇ ਵੀ ਤੂੰ ਇੱਥੋਂ ਭੱਜਣਾ ਇਸ ਸਿਚੁਏਸ਼ਨ ਤੋਂ ਮੈਂਟਲੀ। ਸਮਝਦੇ ਹੋ? ਉਹ ਬਾਡੀ ਰਿਲੀਜ਼ ਕਰ ਰਹੀ ਹੈ ਕੈਮੀਕਲਸ, ਪਰ ਉਹ ਕੈਮੀਕਲਸ ਕਿਤੇ ਵਰਤੇ ਨਹੀਂ ਜਾ ਰਹੇ ਕਿਉਂਕਿ ਤੁਸੀਂ ਭੱਜ ਹੀ ਨਹੀਂ ਰਹੇ। ਪਰ ਬਾਡੀ ਆਪਦਾ ਕੰਮ ਕਰ ਰਹੀ ਹੈ ਤੁਹਾਨੂੰ ਥ੍ਰੈਟ ਤੋਂ ਬਚਾਉਣ ਵਾਸਤੇ। ਅੱਛਾ, ਬਾਡੀ ਤੁਸੀਂ ਦੇਖ ਲਓ, ਕਈ ਵਾਰ ਤੁਸੀਂ ਸੋ ਹੋ ਸਕਦਾ ਬਾਡੀ ਤਿੰਨਾਂ ਸਿਚੁਏਸ਼ਨ ਜਾਵੇ ਫਰੀਜ਼ ਕਰ ਲਿਆ ਆਪਦੇ ਆਪ ਨੂੰ। ਇਹਦਾ ਮਤਲਬ ਆਪਦੀ ਬਾਡੀ ਆਪਦਾ ਥ੍ਰੈਟ ਲੈਵਲ ਆਪਦੇ ਆਪ ਨੂੰ ਕੋਪ ਕਰਨ ਵਾਸਤੇ ਉਹ ਬਹੁਤ ਚੀਜ਼ਾਂ ਅੰਦਰ ਕਰ ਰਹੀ ਹੈ। ਤੁਹਾਡੀ ਬਾਡੀ ਤੁਹਾਡੇ ਸਟ੍ਰੈਸ ਨੂੰ ਕੋਪ, ਤੁਹਾਡੀ ਐਮਰਜੈਂਸੀ ਨੂੰ ਆਨਸਰ ਦੇਣ ਵਾਸਤੇ। ਇਟਸ ਲਾਈਕ 911 ਰਾਈਟ। ਉਹ ਤੁਹਾਡੀ ਕਾਲ ਅੰਦਰ। ਹਾਂ, ਪਰ ਜਦੋਂ ਤੁਹਾਡੀ ਬਾਡੀ ਜਾਂਦੀ ਨਹੀਂ ਗੀ, ਤੁਹਾਡੀ ਬਾਡੀ ਕਿਤੇ ਮੂਵ ਨਹੀਂ ਹੁੰਦੀ, ਕੋਈ ਥ੍ਰੈਟ ਹੀ ਨਹੀਂ ਹੈਗਾ ਗਾ, ਇਹ ਚੀਜ਼ਾਂ ਕੌਨਸਟੈਂਟਲੀ ਫਿਰ ਤੁਹਾਡੇ ਆਰਗਨ 'ਤੇ ਸਟ੍ਰੈਸ ਪਾਉਣ ਲੱਗ ਜਾਂਦੀਆਂ ਕਿਉਂਕਿ ਜਿਹੜੇ ਕੈਮੀਕਲਸ ਤੁਹਾਨੂੰ ਭੱਜਣ ਵਾਸਤੇ ਪ੍ਰੋਡਿਊਸ ਕੀਤੇ ਸੀ, ਬਾਡੀ ਨੂੰ ਆਪਦੇ ਆਪ ਨੂੰ ਥ੍ਰੈਟ 'ਚੋਂ ਕੱਢਣ ਵਾਸਤੇ ਪ੍ਰੋਡਿਊਸ ਕੀਤੇ ਸੀ ਬਾਡੀ ਨੇ, ਉਹ ਯੂਜ਼ ਹੀ ਨਹੀਂ ਹੋ ਰਹੇ, ਅੰਦਰ ਹੀ ਰਹਿੰਦੇ ਆ, ਉਹ ਅੰਦਰ ਹੀ ਜਮ੍ਹਾਂ ਹੋਈ ਜਾਂਦੇ ਆ। ਐਂਡ ਜਦੋਂ ਜਮ੍ਹਾਂ ਹੋ ਜਾਂਦੇ ਆ, ਤੁਸੀਂ ਦੇਖ ਲਓ ਕਿ ਆਫਟਰ 30 ਜਾਂ 31 ਸਾਲ ਜਿਹੜੀ ਬਾਡੀ ਦੀ ਅਬਿਲਿਟੀ ਸਟ੍ਰੈਸ ਨੂੰ ਡੀਲ ਕਰਨ ਦੀ ਘੱਟ ਜਾਂਦੀ ਆ। ਮੈਂ ਕੋਵਿਡ ਤੋਂ ਬਾਅਦ ਬਹੁਤ ਲੋਕਾਂ ਦਾ ਦੇਖਿਆ ਵੀ ਸਾਡੀ ਇੰਗਜ਼ਾਇਟੀ ਵੱਧ ਗਈ, ਸਾਡਾ ਡਿਪਰੈਸ਼ਨ ਵੱਧ ਗਿਆ। ਕਈ ਲੋਕਾਂ ਦੇ ਜਿਹੜੇ ਡਾਈਜੈਸਟਿਵ ਇਸ਼ੂਜ਼ ਜੇ ਸੀਗੇ, ਮੇਰੇ ਲਈ ਵੀ, ਅਤੇ ਕਈਆਂ ਦੇ ਡਾਈਜੈਸਟਿਵ ਇਸ਼ੂਜ਼ ਵਧੇ ਆ। ਇਹਦਾ ਮਤਲਬ ਤੁਹਾਡੀ ਬਾਡੀ ਦੀ ਜਿਹੜੀ ਸਟ੍ਰੈਸ ਕਰਨ ਦੀ ਕੈਪੇਬਿਲਿਟੀ ਸੀ ਉਹ ਘੱਟ ਗਈ ਆ। ਇਸ ਕਰਕੇ ਤੁਸੀਂ ਦੇਖੋ ਅਕਸਰ ਵੱਡੀ ਉਮਰ ਦੇ ਵਿੱਚ ਲੋਕ ਕੰਪਲੇਨ ਕਰਦੇ, ਮੇਰਾ ਆਹ ਦੁਖਦਾ, ਮੇਰਾ ਆਹ ਦਰਦ ਹੁੰਦਾ, ਮੇਰੀ ਆਹ ਸਟ੍ਰੈਸ ਹੁੰਦੀ। ਸੋ ਅਸੀਂ ਇਹ ਚੀਜ਼ 'ਤੇ ਇੱਥੇ ਦੇਖਣਾ ਵਾ ਕਿ ਅਸੀਂ ਇਹਨੂੰ ਪਰਸੀਵਡ ਥ੍ਰੈਟ ਕਹਿੰਦੇ ਹਾਂ। ਪਰਸੀਵਡ ਥ੍ਰੈਟ ਦਾ ਮਤਲਬ ਖਤਰਾ ਨਹੀਂ ਹੈਗਾ, ਪਰ ਲੱਗਦਾ ਉਹ ਖਤਰਾ ਵਾ। ਅੱਛਾ, ਖਤਰਾ ਹੈ ਨਹੀਂ ਗਾ, ਪਰ ਉਹ ਲੱਗ ਰਿਹਾ ਖਤਰਾ, ਪ੍ਰਤੀਤ ਹੋ ਰਿਹਾ। ਫਰੀਜ਼ ਫੋਰ ਐਗਜ਼ਾਮਪਲ, ਤੁਸੀਂ ਕਈ ਵਾਰ ਫੋਰ ਐਗਜ਼ਾਮਪਲ ਤੁਹਾਨੂੰ ਸਵਿਮਿੰਗ ਨਹੀਂ ਆਉਂਦੀ ਅਤੇ ਤੁਸੀਂ ਸਵਿਮਿੰਗ ਸਿੱਖ ਰਹੇ ਹੋ ਅਤੇ ਉਹ ਤੁਹਾਨੂੰ ਡੀਪ ਵਾਟਰ 'ਚ ਪਾ ਦਿੰਦਾ ਟ੍ਰੇਨਰ, ਅਤੇ ਉਹ ਕਰਦੇ ਆ। ਅਤੇ ਮੈਂ ਕਈ ਵਾਰ ਆਪਦੇ ਲਈ ਵੀ, ਮੈਂ ਕਿਉਂਕਿ ਸਿੱਖਦੀ ਪਈ ਹਾਂ, ਅਤੇ ਮੈਂ ਕੀਤਾ ਕਿ ਤੁਹਾਡੀ ਬਾਡੀ ਉਹ ਡੀਪ ਵਾਟਰ ਦੇ ਵਿੱਚ ਸਟਿਫ ਹੋਣ ਲੱਗ ਜਾਂਦੀ, ਫਰੀਜ਼ ਹੋਣ ਲੱਗ ਜਾਂਦੀ ਕਿਉਂਕਿ ਉਹ ਡਰਦੀ ਆ। ਠੰਡ ਨਹੀਂ ਹੁੰਦੀ, ਵੈਸੇ ਹੀ ਡਰਦੀ ਆ। ਐਂਡ ਜਦੋਂ ਤੁਸੀਂ ਫਰੀਜ਼ ਹੋ ਜਾਓ ਤੁਸੀਂ ਸਿੱਖ ਨਹੀਂ ਸਕਦੇ ਕਿਉਂਕਿ ਉਹ ਤਾਂ ਕਹਿੰਦੇ ਨਾ ਬਾਡੀ ਨੂੰ ਢਿੱਲਾ ਛੱਡੋ, ਤੁਸੀਂ ਫਲੋਟ ਕਰੋ। ਅਕਸਰ ਜਿਹੜੇ ਸਟ੍ਰੈਸ ਵਾਲੇ ਲੋਕ ਡੁੱਬਦੇ ਆ, ਅਤੇ ਜਦੋਂ ਤੁਸੀਂ ਰਿਲੈਕਸ ਹੁੰਦੇ ਹੋ ਤਾਂ ਫਲੋਟ ਕਰਦੇ ਹੋ ਤੁਸੀਂ, ਰਾਈਟ। ਸੋ ਕਿਉਂਕਿ ਅਸੀਂ ਡਰ ਜਾਂਦੇ ਹਾਂ ਉਹਨੂੰ। ਸੋ ਇਹ ਚੀਜ਼ 'ਤੇ ਦੇਖਣਾ ਵੀ ਜਿਹੜੀ ਸਾਡੀ ਬਾਡੀ ਦੇ ਵਿੱਚ ਜਿਹੜਾ ਸਾਡਾ ਰਿਸਪੌਂਸ ਸਿਸਟਮ, ਫਾਈਟ, ਫਲਾਈਟ, ਫਰੀਜ਼ ਜਿਹੜਾ ਪਾਇਆ ਵਿਆ ਵਾ, ਉਹ ਸਾਡਾ ਕਿਵੇਂ ਇੰਪੈਕਟ ਕਰ ਰਿਹਾ। ਐਂਡ ਇਹ ਮਿਸਟਰ ਤਿੰਨ ਜਿਹੜੀ ਇਹਨਾਂ ਸਾਡੇ ਬਚਪਨ ਤੋਂ ਹੁੰਦੀ ਹੈ ਕੋਪਿੰਗ ਮੈਕੈਨਿਜ਼ਮ। ਜਾਂ ਫਿਰ ਉੱਥੇ ਚਲੀ ਜਾਂਦੀ ਗੱਲ ਮੁੜ ਕੇ। ਮਾਂ ਬਾਪ ਲੜ ਰਹੇ ਨੇ, ਮਾਂ ਬਾਪ ਬਹੁਤ ਉੱਚੀ ਉੱਚੀ ਲੜ ਰਹੇ ਨੇ ਇੱਕ ਦੂਜੇ ਨੂੰ, ਬਹੁਤ ਬੁਰਾ ਭਲਾ ਗਾਲਾਂ ਕੱਢ ਰਹੇ, ਸ਼ਾਇਦ ਕੁੱਟ ਵੀ ਰਹੇ ਇੱਕ ਦੂਜੇ ਨੂੰ ਖੁਸ਼। ਅਤੇ ਇੱਕ 5-7 ਸਾਲ ਦਾ ਬੱਚਾ ਦੇਖ ਰਿਹਾ, ਦੇਖੋ ਲੜ ਵੀ ਨਹੀਂ ਸਕਦਾ ਮਾਂ ਬਾਪ ਨਾਲ, ਲੜ ਸਕਦਾ ਕਿਉਂਕਿ ਛੋਟਾ ਬਹੁਤ ਆ, ਉਹ ਭੱਜ ਵੀ ਨਹੀਂ ਸਕਦਾ ਉੱਥੋਂ, ਕਿੱਥੇ ਜਾਊਗਾ? ਉਹ ਆਪਦੇ ਆਪ ਨੂੰ ਫਰੀਜ਼ ਕਰਨਾ ਸਿੱਖ ਲੈਂਦਾ। ਅੱਛਾ, ਇਹਦਾ ਮਤਲਬ ਆਪਦੇ ਆਪ ਨੂੰ ਡਿਸਐਸੋਸੀਏਟ ਕਰਨਾ ਸਿੱਖ ਜਾਂਦਾ। ਕਈ ਲੋਕੀ ਤੁਸੀਂ ਦੇਖਿਓ, ਐਂ ਜਿਹੜੇ ਆਪਣੇ ਲਿਸਨਰਸ ਆ ਆਪਦੇ ਵਿੱਚ ਵੀ ਕਰ ਲੈਂਦੇ ਆ। ਦੇਖਿਓ ਤੁਸੀਂ ਕਿ ਕਈ ਵਾਰ ਜਦੋਂ ਸਟ੍ਰੈਸ ਆਉਂਦੀ ਤੁਸੀਂ ਆਪਦੀ ਬਾਡੀ ਨੂੰ ਅਕੜਾਉਂਦੇ ਹੋ ਜਾਂ ਆਪਦੀ ਬਾਡੀ ਨੂੰ ਨਮ ਕਰ ਲੈਂਦੇ ਹੋ, ਆਪਦੇ ਆਪ ਨੂੰ ਡਿਸਐਸੋਸੀਏਟ ਕਰ ਲੈਂਦੇ ਹੋ ਤੁਸੀਂ, ਸਟਿਫ ਹੋ ਜਾਂਦੇ। ਇਹਦਾ ਮਤਲਬ ਕੀ ਹੈ ਕਿ ਉਹ ਜਿਹੜੀ ਬਾਡੀ ਇਮੋਸ਼ਨਸ ਫੀਲ ਕਰਦੀ ਹੈ ਉਹ ਨਾ ਫੀਲ ਕਰੇ, ਤਾਂ ਕੋਪਿੰਗ ਮੈਕੈਨਿਜ਼ਮ ਬਣ ਜਾਂਦਾ ਉਹਨਾਂ ਦਾ। ਸਭ ਨੂੰ ਫਿਰ ਉਹਨਾਂ ਨੂੰ ਜੇ ਤੁਸੀਂ ਡੂੰਘੇ ਪਾਣੀ 'ਚ ਟ੍ਰੇਨਰ ਛੱਡਦਾ ਉੱਥੇ ਵੀ ਸਟਿਫ ਹੋ ਜਾਂਦੇ ਆ, ਹੈ ਨਾ। ਉਹ ਹਰ ਸਿਚੁਏਸ਼ਨ ਦੇ ਵਿੱਚ ਸਟਿਫ ਹੋਣ ਲੱਗ ਜਾਂਦੇ ਆ। ਤੁਸੀਂ ਮੇਰੇ ਉਸ ਸਵਾਲ ਦਾ ਜਵਾਬ ਨਹੀਂ ਦਿੱਤਾ ਵੀ ਜਿਹੜੀ ਸਟ੍ਰੈਸ ਆ ਇਹ ਦਿਮਾਗ 'ਚ ਹੁੰਦੀ ਆ ਕਿ ਸਰੀਰ 'ਚ ਹੁੰਦੀ ਆ? ਦੇਖੋ, ਇਹ ਸਟਾਰਟ ਸਾਡੀ ਸੋਚ ਤੋਂ ਹੁੰਦੀ ਆ, ਦਿਮਾਗ 'ਚੋਂ ਹੁੰਦੀ ਆ। ਇਦੋਂ ਬਾਅਦ ਬਾਡੀ, ਫੋਰ ਐਗਜ਼ਾਮਪਲ ਜਿਵੇਂ ਇੱਕ ਐਗਜ਼ਾਮਪਲ, ਤੁਹਾਡੇ ਸ਼ੇਰ ਆ ਰਿਹਾ, ਤੁਹਾਡੇ ਦਿਮਾਗ ਨੇ ਸੋਚਿਆ ਖਤਰਾ ਵਾ, ਇਹ ਮਾਰ ਦੂ ਤੈਨੂੰ,
ਇਹ ਸੋਚ ਆ ਤੁਹਾਡੀ। ਜਦੋਂ ਇਹ ਸੋਚ ਤੁਹਾਡੀ ਬਾਡੀ ਨੇ ਟ੍ਰਿਗਰ ਕਰ ਲਈ, ਤੁਹਾਡੀ ਬਾਡੀ ਨੇ ਕਲੂ ਪਿਕ ਕਰ ਲਿਆ। ਅੱਛਾ, ਫਿਰ ਇਸ ਬਾਡੀ ਨੇ ਇਮੋਸ਼ਨ ਦਾ ਮਤਲਬ ਆ ਜਿਹਨੂੰ ਅਸੀਂ ਭਾਵਨਾਵਾਂ ਕਹਿੰਦੇ, ਵੀ ਆਪਦੇ ਸਰੀਰ ਦੀ ਤੁਹਾਡੀ ਮੂਵ ਕਰਨਾ। ਸੋ ਪਹਿਲਾਂ ਦਿਮਾਗ 'ਚ ਸਟ੍ਰੈਸ ਆਉਂਦੀ ਆ, ਪਹਿਲਾਂ ਦਿਮਾਗ 'ਚ ਸੋਚ ਆਉਂਦੀ ਹੈ, ਉਦੋਂ ਬਾਅਦ ਸਾਡੀ ਬਾਡੀ ਮਹਿਸੂਸ ਕਰਦੀ ਹੈ ਉਹ ਸਾਡੇ ਔਰਗਨਸ ਦੇ ਸਟ੍ਰੈਸ, ਚਾਹੇ ਉਹ ਢਿੱਡ ਹੋਵੇ, ਚਾਹੇ ਉਹ ਚੈਸਟ ਹੋਵੇ, ਚਾਹੇ ਉਹ ਗਾਲ। ਕਈ ਵਾਰ ਲੋਕੀ ਕਹਿ ਦਿੰਦੇ ਮੈਂ ਫੂਡ ਨਹੀਂ, ਇੱਥੋਂ ਮੇਰਾ ਰੁਕ ਗਿਆ, ਖਾਣ ਨਹੀਂ। ਕਈ ਸਵਿਚ ਔਨ ਕਰ ਦਿੰਦੀ ਆ, ਐਗਜ਼ੈਕਟਲੀ। ਫਿਰ ਸਰੀਰ ਜਿਹੜਾ ਐਕਟਿਵ ਹੋ ਜਾਂਦਾ। ਭਾਵਨਾਵਾਂ ਮਿਸਟਰ ਥਿੰਗ, ਐਗਜ਼ੈਕਟਲੀ ਭਾਵਨਾਵਾਂ ਸਾਨੂੰ ਮਹਿਸੂਸ ਦਿਮਾਗ 'ਚ ਨਹੀਂ ਹੁੰਦੀਆਂ। ਐਂਗਜ਼ਾਇਟੀ ਆ ਤੁਹਾਨੂੰ, ਐਂਗਜ਼ਾਇਟੀ ਇੱਥੋਂ ਤੁਹਾਡਾ ਸਟਮਕ ਮਹਿਸੂਸ ਕਰਦਾ ਵਾ, ਡਾਈਜੈਸਟਿਵ ਸਿਸਟਮ ਸ਼ਟ ਡਾਊਨ ਹੋ ਗਿਆ, ਤੁਹਾਡੀ ਬਾਡੀ ਮਹਿਸੂਸ ਕਰਦੀ ਹੈ, ਕੰਬਣ ਲੱਗ ਗਏ, ਤੁਹਾਡੇ ਹੱਥ ਮਹਿਸੂਸ ਕਰਦੇ ਆ। ਤੁਹਾਨੂੰ ਖਾਣਾ ਸਡਨਲੀ ਤੁਸੀਂ ਖਾਣਾ ਪਿਆ ਸੀ, ਬੜਾ ਤੁਸੀਂ ਐਕਸਾਈਟਡ ਸੀ, ਸਡਨਲੀ ਫੋਨ ਕਰਕੇ ਕਿਸੇ ਨੇ ਸੈਡ ਨਿਊਜ਼ ਦੇਤੀ, ਭੁੱਖ ਮਰ ਗਈ, ਤੁਹਾਡਾ ਡਾਈਜੈਸਟਿਵ ਸਿਸਟਮ ਸ਼ਟ ਡਾਊਨ ਕਰਤਾ। ਇਹਦਾ ਜਿਹੜੀ ਭਾਵਨਾ ਉਹ ਸਾਡੇ ਸਰੀਰ ਦੇ ਵਿੱਚ ਹੁੰਦੀ ਆ। ਸੋਚ ਸਾਡੇ ਦਿਮਾਗ ਦੇ ਵਿੱਚ ਹੁੰਦੀ ਆ, ਸਰੀਰ ਦੇ ਵਿੱਚ ਸਾਡੀ ਭਾਵਨਾਵਾਂ ਹੁੰਦੀ। ਉਹ ਭਾਵਨਾਵਾਂ ਕਈ ਵਾਰ ਤੁਸੀਂ ਕਿਸੇ ਨੂੰ ਕਹਿੰਦੇ ਨਾ ਡਰ ਨਾ, ਅਸੀਂ ਉਹਦੇ ਸਰੀਰ ਨੂੰ ਕਹਿੰਦੇ ਵੀ ਕੰਬਣੋਂ ਹਟ ਜਾ, ਇਹ ਕਦੇ ਵਰਕ ਨਹੀਂ ਕਰਦਾ। ਕਹਿੰਦੇ ਕਿਸੇ ਨੂੰ ਕਹਿੰਦੇ ਸਟ੍ਰੈਸ ਨਾ ਲੈ, ਸਰੀਰ 'ਚ ਆ ਗਈ ਹੁੰਦੀ ਉਹਦੀ ਬਾਡੀ 'ਚ। ਸੋ ਸਟ੍ਰੈਸ ਜਿਹੜਾ ਇਹ ਦਵੱਲਾ ਅਸਰ ਕਰਦੀ ਆ ਬ੍ਰੇਨ ਤੇ ਵੀ, ਫਿਰ ਸਰੀਰ ਤੇ ਵੀ। ਹਾਂਜੀ, ਇਹਦਾ ਇਹਦਾ ਕੰਮ ਆ ਵੀ ਜਦੋਂ ਸੋਚ ਤੁਹਾਡੇ 'ਚ ਆ ਗਈ ਮੈਨੂੰ ਖਤਰਾ ਵਾ, ਫੋਰ ਐਗਜ਼ਾਮਪਲ ਜੇ ਤੁਹਾਡੀ ਕਮੈਂਟ ਤੁਸੀਂ ਫੇਸਬੁੱਕ ਤੇ ਵੇਖ ਲਿਆ ਮੈਨੂੰ ਖਤਰਾ ਵਾ ਵੀ ਮੈਂ ਇਕੱਲਾ ਰਹਿ ਗਿਆ ਹੁਣ, ਐਂ ਜੇ ਇਕੱਲਾ ਰਹਿ ਗਏ ਤੇ ਤੁਸੀਂ ਜੰਗਲ 'ਚ ਤੇ ਉਹ ਤਾਂ ਇਕੱਲੇ ਰਹਿ ਗਏ ਤੇ ਖਤਰੇ ਵਾਲੀ ਘੰਟੀ ਆ। ਅੱਛਾ, ਜਿਹੜੇ ਤੁਹਾਡੇ ਵਰਗੇ ਲੋਕਾਂ ਨੂੰ ਪਤਾ ਇਹ ਸਾਰਾ ਅੰਦਰੂਨੀ ਸਿਸਟਮ ਦਾ ਵੀ ਇਸ ਤਰ੍ਹਾਂ ਚੱਲ ਰਿਹਾ, ਹੁਣ ਮੈਨੂੰ ਆਹ ਹੋ ਰਿਹਾ, ਹੁਣ ਮੈਨੂੰ ਆਹ ਹੋ ਜਾਣਾ, ਹੁਣ ਮੈਨੂੰ ਆਹ ਹੋ ਜਾਣਾ, ਉਹਨਾਂ ਨੂੰ ਤਾਂ ਹੈਂਡਲ ਕਰਨਾ ਬਹੁਤ ਸੌਖਾ ਹੋਊਗਾ ਜੇ ਤੁਹਾਨੂੰ ਪਤਾ ਲੱਗ ਜਾਏ, ਜੇ ਤੁਸੀਂ ਪੜ੍ਹ ਲਓ, ਸਿੱਖ ਲਓ, ਤੁਹਾਡੀ ਸੰਗਤ ਦੇ ਵਿੱਚ ਰਹਿ ਕੇ ਅਸੀਂ ਵੀ ਸਿੱਖ ਜਾਈਏ। ਫਿਰ ਜਦੋਂ ਕੋਈ ਇਹੋ ਜਿਹਾ ਸੰਕਟ ਆਉਣਾ, ਫਿਰ ਸੋਚਣਾ ਵੀ ਸੰਕਟ ਆ ਰਿਹਾ, ਹੁਣ ਦਿਮਾਗ ਨੇ ਆਰਡਰ ਕਰਨਾ ਹੁਣ ਇਸ ਤਰ੍ਹਾਂ, ਪਰ ਮੈਂ ਰਿਐਕਟ ਨਹੀਂ ਕਰਨਾ ਹੈ, ਮੈਂ ਨਹੀਂ ਲੈਣੀ ਸਟ੍ਰੈਸ। ਕਈ ਲੋਕ ਕਹਿੰਦੇ ਵੀ ਆ ਮੈਂ ਸਟ੍ਰੈਸ ਨਹੀਂ ਲੈਂਦਾ ਹੁੰਦਾ। ਨੋ, ਰੀਅਲੀ ਉਹ ਸਟ੍ਰੈਸ ਨਹੀਂ ਲੈਂਦੇ ਕਿ ਇਹ ਇਸ ਤਰ੍ਹਾਂ ਤੁਸੀਂ ਬੰਪ ਕਰ ਸਕਦੇ ਹੋ ਸਟ੍ਰੈਸ ਨੂੰ, ਜਾਂ ਤੁਸੀਂ ਡਿਫਲੈਕਟ ਕਰ ਸਕਦੇ ਹੋ ਸਟ੍ਰੈਸ ਨੂੰ, ਜਾਂ ਕਿ ਇਹ ਤੁਹਾਡੇ ਵਾਸ ਦੀ ਗੱਲ ਨਹੀਂ? ਦੇਖੋ ਮਿਸਟਰ ਥਿੰਡ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਜਿਵੇਂ ਵੀ ਇੱਕ ਸੈਸ਼ਨ ਆਪਾਂ ਉਸ ਚੀਜ਼ 'ਤੇ ਕਰਾਂਗੇ। ਆਦਤ ਬੜੀ ਪੱਕੀ ਚੀਜ਼ ਆ। ਆਦਤ ਇੱਕ ਅਨਕੌਂਸ਼ੀਅਸ ਚੀਜ਼ ਹੈ। ਚਾਹੇ ਫੋਰ ਐਗਜ਼ਾਮਪਲ ਸਾਨੂੰ ਵੀ ਪਤਾ ਹੋਵੇ ਕਿ ਇਹ ਚੀਜ਼ਾਂ ਸਾਰੀਆਂ, ਪਰ ਸਾਡੀਆਂ ਵੀ ਆਦਤਾਂ ਪੱਕੀਆਂ ਵੀਆਂ। ਆਦਤਾਂ ਨੂੰ ਹੁਧੇੜਨਾ ਇੱਕ ਬਹੁਤ ਵੱਡਾ ਕੰਮ ਆ। ਫੋਰ ਐਗਜ਼ਾਮਪਲ ਤੁਹਾਨੂੰ ਕਹਿ ਦਿੰਦਾ ਜੇ ਕਿਸੇ ਨੂੰ ਡਾਇਬਟੀਜ਼ ਆ, ਡਾਕਟਰ ਕਹਿ ਦਿੰਦਾ ਤੂੰ ਸ਼ੂਗਰ ਨਾ ਖਾਈ, ਤੇਰੀ ਬਾਡੀ ਨੂੰ ਆਹ ਹੋ ਜਾਊਗਾ, ਪਰ ਜਦੋਂ ਗੁਲਾਬ ਜਾਮਣ ਦੇਖਦਾ ਵਾ ਖਾ ਲੈਂਦਾ। ਆਦਤ, ਕਿਉਂਕਿ ਇੱਕ ਟੰਗ ਦੀ ਜੀਭ ਦੀ ਵੀ ਆਦਤ ਬਣੀ ਵੀ ਨਾ ਮਿੱਠਾ ਖਾਣਾ। ਸੋ ਚਾਹੇ ਸਾਨੂੰ ਡਾਕਟਰ ਕਿੰਨਾ ਵੀ ਕਦੇ ਆਹ ਚੀਜ਼ ਨਹੀਂ ਖਾਣੀ, ਪਰ ਆਦਤ ਆ। ਸੋ ਇਵੇਂ ਆ ਕਿ ਚਾਹੇ ਉਹ ਸਾਨੂੰ ਇਹ ਸਾਰੀਆਂ ਚੀਜ਼ਾਂ ਸਾਨੂੰ ਪਈਆਂ। ਮੈਂ ਅਕਸਰ ਜਿਹੜੀ ਫਰੀਜ਼ ਵਾਲਾ ਵਾ, ਮੈਂ ਉਹਦੇ ਵਿੱਚ ਸਟਰਗਲ ਕਰਦੀ ਹਾਂ। ਮੈਂ ਅਕਸਰ ਮਹਿਸੂਸ ਕੀਤਾ ਵੀ ਜਦੋਂ ਸਟ੍ਰੈਸ ਆਉਂਦੀ ਮੇਰੀ ਬਾਡੀ ਫਰੀਜ਼ ਵਾਲਾ ਰਿਸਪੌਂਸ ਜ਼ਿਆਦਾ ਦਿੰਦੀ ਆ। ਆਫ ਕੋਰਸ ਇਹ ਹੈਲਪ ਹੁੰਦਾ ਕਿਉਂਕਿ ਸਾਨੂੰ ਇਹ ਚੀਜ਼ ਪ੍ਰੋਸੈਸ ਪਤਾ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ। ਮੈਂ 8 ਸਾਲ ਹੋ ਗਏ ਇਸ ਕੰਮ ਦੇ ਵਿੱਚ ਪਈ ਨੂੰ, ਅਤੇ ਮੈਨੂੰ ਲੱਗਦਾ 8 ਸਾਲ ਤੋਂ ਹੀ ਮੈਂ ਆਪਦੇ ਆਪ ਨੂੰ ਠੀਕ ਹੈ, ਪਰ ਹਜੇ ਵੀ ਮੈਨੂੰ ਲੱਗਦਾ ਕਿ ਅਜੇ ਬਹੁਤ ਬਦਲਾਵ ਆਉਣ ਦੀ ਲੋੜ ਆ ਮੇਰੇ ਵਿੱਚ ਵੀ। ਅੱਛਾ, ਤੁਸੀਂ ਤਾਂ ਹੈਗੇ ਮਨੋਵਿਗਿਆਨੀ, ਤੁਸੀਂ ਤਾਂ ਲੱਭਦੇ ਰਹਿੰਦੇ ਹੋ ਇਹ ਸਾਇੰਟੀਫਿਕ ਤਰੀਕੇ। ਅਸੀਂ ਹੈਗੇ ਆਮ ਆਦਮੀ, ਅਸੀਂ ਹੋਰ ਸਕੀਮਾਂ ਕੱਢੀਆਂ ਹੋਈਆਂ ਨੇ ਤੁਹਾਡੇ ਇਸ ਤਰ੍ਹਾਂ ਦੇ ਰਿਐਕਸ਼ਨ ਨੂੰ ਹਟਾਉਣ ਲਈ। ਜਦੋਂ ਫਰਜ਼ ਕਰੋ ਅਲਰਟ ਹੋਣ ਲੱਗਿਆ, ਦਿਮਾਗ ਨੇ ਆਰਡਰ ਕਰਨਾ ਸ਼ੁਰੂ ਕੀਤਾ ਜੋ ਵੀ ਤੁਹਾਡਾ ਕੈਮੀਕਲ ਰਿਐਕਸ਼ਨ, ਅਸੀਂ ਸ਼ਰਾਬ ਦਾ ਗਲਾਸ ਪੀਣਾ, ਭਰ ਕੇ ਇੱਕਦਮ ਪੀ ਲੈਣਾ, ਸੁੱਟ ਲੈਣਾ, ਜਾਂ ਕੋਈ ਹੋਰ ਗੋਲੀ ਖਾ ਲੈਣੀ ਆ, ਫੀਮ ਖਾ ਲੈਣੀ ਆ, ਕੋਈ ਹੋਰ ਨਸ਼ਾ ਕਰ ਲੈਣਾ। ਐਸੀ ਕੀ ਤੈਸੀ ਬ੍ਰੇਨ ਪੂਰਾ ਫੰਕਸ਼ਨਲੀ ਨਹੀਂ ਹੋਣ ਦਿੰਦੇ। ਬ੍ਰੇਨ ਨੇ ਜਿਹਨੇ ਆਪਣੇ ਹੋਸ਼ੋ ਹਵਾਸ ਦੇ ਵਿੱਚ ਆਰਡਰ ਕਰਨਾ ਸੀ, ਹੁਣ ਤੂੰ ਆਹ ਕਰ, ਆਹ ਸਵਿੱਚਾਂ ਔਨ ਕਰਨੀਆਂ ਸੀ, ਅਸੀਂ ਉਹਨੂੰ ਕਮਲਾ ਕਰ ਦਿੰਦੇ ਹਾਂ। ਫਿਰ ਉਹ ਰਿਐਕਸ਼ਨ ਹੁੰਦਾ ਹੀ ਨਹੀਂ। ਉਹ ਕਹਿੰਦੇ ਬੰਦਾ ਦਲੇਰ ਹੋ ਗਿਆ, ਪਊਆ ਸੁੱਕੇ ਦਾ ਮਾਰ ਕੇ ਉਹਨੇ ਬੰਦਾ ਵੱਢਤਾ। ਦੇਖਦੇ ਨਾ ਤੁਸੀਂ ਦਲੇਰੀ ਦੀਆਂ ਗੱਲਾਂ, ਕ੍ਰਾਈਸਿਸ ਦੇ ਵਿੱਚ ਜਾ ਕੇ, ਕ੍ਰਾਈਸਿਸ ਹੁੰਦੇ ਹੋਇਆਂ, ਖਤਰਾ ਹੋਣ ਦੇ ਬਾਵਜੂਦ ਲੋਕ ਕਿਸ ਤਰੀਕੇ ਨਾਲ ਅਸੀਂ ਸਕੀਮਾਂ ਕੱਢੀਆਂ ਹੋਈਆਂ ਨੇ ਵੀ ਜੇ ਇਹ ਡਰ ਦਾ ਮਾਹੌਲ ਪੈਦਾ ਹੋ ਜਾਏ, ਕੋਈ ਸੰਕਟ ਆ ਜਾਏ, ਤੁਹਾਨੂੰ ਲੱਗੇ ਕਿ ਇਹਨੇ ਤੁਹਾਨੂੰ ਮਾਰ ਦੇਣਾ, ਉਹਨੂੰ ਮਾਰਨ ਲਈ ਇਸ ਤਰ੍ਹਾਂ ਕਰ ਲਈਦਾ। ਦਿਮਾਗ ਨੂੰ ਸੋਚਣ ਹੀ ਨਹੀਂ ਦੇਈਦਾ, ਦਿਮਾਗ ਨੂੰ ਵੀ ਪੁੱਠਾ ਚਲਾ ਦਈਦਾ। ਸਾਡੇ ਕੋਲ ਇਹੋ ਜਿਹੀਆਂ ਸਕੀਮਾਂ ਹੈਗੀਆਂ। ਫਿਰ ਉਸ ਸਿਚੁਏਸ਼ਨ ਤੁਸੀਂ ਕੀ ਕਰੋਗੇ? ਦੇਖੋ ਮਿਸਟਰ ਥਿੰਡ, ਜਿਹੜਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ, ਸਾਡੇ 'ਚ 2 ਸਿਸਟਮ ਆ ਨਰਵਸ ਸਿਸਟਮ। ਇੱਕ ਫਾਈਟ ਫਲਾਈਟ, ਇੱਕ ਐਮਰਜੈਂਸੀ ਕੋਡ ਹੈ, ਇੱਕ ਕੌਮ ਆ। ਸਾਨੂੰ ਦੋਨੇ ਹੀ ਚਾਹੀਦੇ ਆ। ਜੇ ਤੁਸੀਂ ਕੌਮ ਆ ਸਾਰਾ ਚਿਰ ਰਹੋਗੇ, ਤੁਸੀਂ ਸਰਵਾਈਵ ਨਹੀਂ ਕਰ ਸਕਦੇ ਇਸ ਲਾਈਫ ਦੇ ਵਿੱਚ। ਅੱਛਾ, ਕਿਉਂਕਿ ਹਜੇ ਵੀ ਤੁਹਾਨੂੰ ਥ੍ਰੈਟਸ ਆਊਗੀ। ਫੋਰ ਐਗਜ਼ਾਮਪਲ ਤੁਸੀਂ ਇੱਕ ਬੈਕ ਐਲੀ ਆ, ਉੱਥੇ ਬਹੁਤ ਡਾਰਕ ਆ, ਲੋਕੀ ਉੱਥੇ ਡੰਡੇ ਲੈ ਕੇ ਖੜੇ ਆ, ਤੁਹਾਡਾ ਨਰਵਸ ਸਿਸਟਮ ਹੀ ਨਹੀਂ ਆਉਣਾ ਹੈਗਾ ਐਮਰਜੈਂਸੀ ਵਾਲਾ,
ਤੁਸੀਂ ਲੰਘ ਜਾਓਗੇ ਤੇ ਉੱਥੋਂ ਹੋ ਸਕਦਾ ਤੁਹਾਨੂੰ ਹਾਰਮ ਵੀ ਕਰ ਦੇਣ, ਤੁਹਾਨੂੰ ਮਾਰ ਵੀ ਦੇਣ, ਤੋਂ ਫਿਜ਼ੀਕਲੀ ਵੀ ਕਰ ਜਾਂ ਦੇਣ। ਕਈ ਲਾਪਰਵਾਹੀ ਹਾਂ, ਨਾਲ ਲੋਕ ਕਰ ਵੀ ਸਕਦੇ ਆ ਕਿਉਂ ਐਂਡ ਜਿਵੇਂ ਕਿ ਆਪਾਂ ਸਵਿਮਿੰਗ ਵਾਲਾ, ਤੁਸੀਂ ਉਹ ਡੂੰਘੇ ਪਾਣੀ 'ਚ ਗਿਰ ਜਾਓ ਕਿਉਂਕਿ ਤੁਹਾਡਾ ਐਮਰਜੈਂਸੀ ਕੋਡ ਹੀ ਨਹੀਂ ਆਉਣਾ ਹੈਗਾ। ਫਰੀਜ਼ ਹੋ ਜਾਣਾ, ਤੁਸੀਂ ਸਟਿਫ ਹੋ ਜਾਣਾ। ਐਗਜ਼ੈਕਟਲੀ। ਸੋ ਐਮਰਜੈਂਸੀ ਕੋਡ ਸਾਡੇ ਲਈ ਜ਼ਰੂਰੀ ਆ। ਜੇ ਸਾਨੂੰ ਤਰਨਾ ਨਹੀਂ ਆਉਂਦਾ, ਡੂੰਘੇ ਪਾਣੀ ਨੇ ਸਾਨੂੰ ਡਰਾਉਣਾ ਜ਼ਰੂਰੀ ਚੀਜ਼ ਆ ਇਹ। ਉਹੀ ਤਾਂ ਕਹੂਗੀ ਨਾ ਵੀ ਸਾਨੂੰ ਪਿੱਛੇ ਰਹਿ, ਨਹੀਂ ਜੇ ਸਾਡੇ 'ਚੋਂ ਡਰ ਹੀ ਨਾ ਕੁੱਦ ਜਾਂਗੇ ਉਹਦੇ ਵਿੱਚ। ਬਿਲਕੁਲ। ਸੋ ਸਾਡੇ ਲਈ ਜਿਹੜਾ ਇਹ ਦੋਨੇ ਸਾਡੇ ਸਿਸਟਮ ਜ਼ਰੂਰੀ ਨੇ, ਪਰ ਜਿਹੜੀ ਸੁਸਾਇਟੀ ਅਸੀਂ ਰਹਿ ਰਹੇ ਹਾਂ ਸਾਡੇ ਲਈ ਐਮਰਜੈਂਸੀ ਕੋਡ ਸਿਸਟਮ ਇੰਨਾ ਜ਼ਰੂਰੀ ਨਹੀਂ ਰਹਿ ਗਿਆ ਕਿਉਂਕਿ ਅਸੀਂ ਸ਼ੇਰਾਂ, ਗਿੱਦੜਾਂ, ਬੇਅਰਾਂ ਦੇ ਵਿੱਚ ਨਹੀਂ ਰਹਿ ਰਹੇ। ਸਮਝਦੇ ਹੋ, ਅਸੀਂ ਉਹਨਾਂ 'ਚ ਨਹੀਂ ਰਹਿ ਰਹੇ। ਹੁਣ ਅਸੀਂ ਇੱਕ ਵੈਲ ਆਰਗੇਨਾਈਜ਼ ਸੁਸਾਇਟੀ 'ਚ ਰਹਿ ਰਹੇ ਹਾਂ। ਪਰ ਇਸ ਸੁਸਾਇਟੀ ਦੇ ਵਿੱਚ ਬੰਦੇ ਹੀ ਜਿਹੜੇ ਆ ਉਹ ਹੁੰਨੇ ਖਤਰਨਾਕ ਹੋ ਗਏ। ਐਂਡ ਐਗਜ਼ੈਕਟਲੀ ਇਹਦੇ ਵਿੱਚ ਵੀ ਤੁਹਾਨੂੰ ਐਮਰਜੈਂਸੀ ਕੋਡ ਦੀ ਲੋੜ ਆ, ਫॉर ਸ਼ੋਰ ਤੁਹਾਨੂੰ ਐਮਰਜੈਂਸੀ ਕੋਡ ਦੀ ਲੋੜ ਆ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਡਿਕਲਾਈਨ ਕਰਨਾ ਕਿ ਨਹੀਂ। ਫੋਰ ਐਗਜ਼ਾਮਪਲ ਜਿਵੇਂ ਆਪਾਂ ਕੰਪਿਊਟਰ ਦੀ ਐਗਜ਼ਾਮਪਲ ਦਿੱਤੀ, ਫੇਸਬੁੱਕ ਦੀ, ਤੁਸੀਂ ਫੇਸਬੁੱਕ 'ਤੇ ਫੋਟੋ ਲਾਈ ਆ ਅਤੇ ਤੁਸੀਂ ਦੇਖਿਆ ਵੀ ਕਿਸੇ ਨੇ ਤੁਹਾਡੇ ਕੌਮੈਂਟ ਨਹੀਂ ਕੀਤਾ ਅਤੇ ਤੁਹਾਨੂੰ ਕਿਸੇ ਨੇ ਲਾਈਕ ਨਹੀਂ ਕੀਤਾ, ਤੁਹਾਡਾ ਐਮਰਜੈਂਸੀ ਕੋਡ ਔਨ ਹੋ ਗਿਆ ਕਿਉਂਕਿ ਤੁਸੀਂ ਇਕੱਲੇ ਮਹਿਸੂਸ ਕੀਤਾ ਦਿਮਾਗ ਦੇ ਤੌਰ 'ਤੇ ਜੰਗਲ ਦੇ ਵਿੱਚ। ਤੁਸੀਂ ਇਕੱਲੇ, ਜਦੋਂ ਬੰਦਾ ਕੋਈ ਇਕੱਲਾ ਰਹਿ ਜੇ ਤਾਂ ਫਿਰ ਉਹ ਤਾਂ ਖਤਮ ਆ। ਅਸੀਂ ਆਈਸੋਲੇਸ਼ਨ ਤੋਂ ਕਿੰਨਾ ਡਰਦੇ ਹਾਂ, ਇਕੱਲਾਪਣ। ਜੇ ਆਪਾਂ ਸਜ਼ਾ ਸਮਝਦੇ ਹਾਂ ਇਕੱਲੇਪਣ ਨੂੰ, ਬਿਲਕੁਲ ਹਾਲੇ ਵੀ ਹਾਂ ਐਗਜ਼ੈਕਟਲੀ। ਸੋ ਜੇ ਅਸੀਂ ਉਹ ਚੀਜ਼ ਨੂੰ ਕਿਉਂ ਪਿਕ ਕਰੀਏ ਵੀ ਇਹਦਾ ਮਤਲਬ ਹੈ ਕਿ ਜਿਹੜਾ ਇਨਸਾਨ ਫੇਸਬੁੱਕ 'ਤੇ ਬੈਠ ਕੇ ਇੱਕ ਲਾਈਕ ਜਾਂ ਇੱਕ ਕੌਮੈਂਟ ਦੀ ਵੇਟ ਕਰ ਰਿਹਾ, ਉਹ ਅਸਲ ਜ਼ਿੰਦਗੀ 'ਚ ਕਿੰਨਾ ਇਕੱਲਾ ਵਾ। ਉਹ ਆਪਦੀ ਜ਼ਿੰਦਗੀ ਦੇ ਵਿੱਚ ਇਕੱਲਾਪਣ ਕਿੰਨਾ ਮਹਿਸੂਸ ਕਰ ਰਿਹਾ ਵਾ, ਜਿਹੜਾ ਕਿ ਐਜ਼ ਅ ਹਿਊਮਨ ਲੈਵਲ 'ਤੇ ਸਾਡੇ ਲਈ ਹੈਲਥੀ ਨਹੀਂ ਹੈਗਾ। ਅਸੀਂ ਸੋਸ਼ਲ ਐਨੀਮਲਸ ਆ, ਸਾਨੂੰ ਲੋਕਾਂ ਦੇ ਵਿੱਚ ਜਾਣਾ, ਵਿਚਰਨਾ, ਲੋਕਾਂ ਦੇ ਨਾਲ ਰਹਿਣਾ, ਸਾਡੀ ਬਾਡੀ ਚੰਗੇ ਕੈਮੀਕਲ ਰਿਲੀਜ਼ ਕਰਦਾ। ਸੋ ਇੱਕ ਸੰਕੇਤ ਸੀਗਾ ਜਦੋਂ ਤੁਹਾਡੀ ਬਾਡੀ ਨੇ ਐਮਰਜੈਂਸੀ ਕੋਡ ਅਲਾਰਮ ਕੀਤਾ ਨਾ ਕਿ ਤੂੰ ਇਕੱਲਾ ਰਹਿ ਗਿਆ, ਉਹ ਇੱਕ ਸੰਕੇਤ ਆ ਕਿਉਂਕਿ ਤੂੰ ਇਕੱਲਾ ਰਹਿਣ ਵਾਸਤੇ ਬਣਿਆ ਹੀ ਨਹੀਂ ਦੁਨੀਆ 'ਤੇ। ਪਰ ਜੇ ਹੁਣ ਤੁਸੀਂ ਦੇਖੋ ਵੀ ਤੁਸੀਂ ਉਹ ਦੇਖ ਲਿਆ ਅਤੇ ਕਿਸੇ ਨੇ ਡਰਿੰਕ ਲਾ ਲਈ, ਕੋਈ ਹੋਰ ਡਰਿੰਕ ਸਬਸਟੈਂਸ ਯੂਜ਼ ਕਰ ਲਿਆ, ਇਹਦਾ ਮਤਲਬ ਉਹਨੇ ਮਿਸ ਕਰਤਾ ਆਪਦੀ ਇਨਫੋਰਮੇਸ਼ਨ, ਐਮਰਜੈਂਸੀ ਕੋਡ ਮਿਸ ਕਰਤਾ। ਪਰ ਜੇ ਅਸੀਂ ਉਸ ਕੋਡ ਨੂੰ ਇੱਕ ਪ੍ਰੋਡਕਟਿਵਲੀ ਨਾ ਵਰਤੀਏ ਵੀ ਮੈਂ ਇੱਕ ਫੇਸਬੁੱਕ ਦੇ ਫੋਟੋ 'ਤੇ ਬੈਠਾ ਵੇਟ ਕਰ ਰਿਹਾ ਵੀ ਕੋਈ ਮੈਨੂੰ ਚੰਗਾ ਸਮਝੇ, ਇਹਦਾ ਮਤਲਬ ਆ ਮੈਨੂੰ ਅਸਲ ਜ਼ਿੰਦਗੀ 'ਚ ਲੋਕਾਂ ਨਾਲ ਜੁੜਨ ਦੀ ਲੋੜ ਆ। ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਜਿਵੇਂ ਮਿਸਟਰ ਤਿੰਨ ਆਪਾਂ ਗੱਲ ਕਰ ਰਹੇ ਸੀਗੇ, ਸੋ ਇਹ ਜਿਹੜਾ ਸਾਰਾ ਸਾਡਾ ਸਰਵਾਈਵਲ ਮੋਡ ਅਸੀਂ 'ਚ ਜਾਂਦੇ ਹਾਂ, ਇਹ ਬੇਸਿਕਲੀ ਅਸੀਂ ਕਿਤੇ ਪਿੱਛੇ ਹੋਏ, ਬੀਤੇ ਹੋਏ ਸਮੇਂ ਦੀ ਨੂੰ ਕੋਪ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫੋਰ ਐਗਜ਼ਾਮਪਲ ਤੁਸੀਂ ਆਪਦੇ ਘਰ ਦੇ ਵਿੱਚ ਬੈਠੇ ਹੋ, ਆਪਦੇ ਰੂਮ 'ਚ ਬੈਠੇ ਹੋ, ਪਰ ਤੁਹਾਨੂੰ ਯਾਦ ਆ ਕਿ ਫਲਾਨੇ ਵੇਲੇ ਕਿਸੇ ਬੰਦੇ ਨੇ ਮੈਨੂੰ ਬੁਲਾਇਆ ਨਹੀਂ ਅਤੇ ਤੁਹਾਡੀ ਬਾਡੀ, ਸੋ ਇਹਦਾ ਮਤਲਬ ਹੈ ਅਸੀਂ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਘੱਟ ਇੰਗੇਜ ਹੁੰਦੇ ਹਾਂ। ਸਮਝੋ, ਫੋਰ ਐਗਜ਼ਾਮਪਲ ਜਿਹੜਾ PTSD ਆ, ਡਿਪਰੈਸ਼ਨ ਆ, ਐਂਗਜ਼ਾਇਟੀ ਆ, ਇਹ ਸਾਰਾ ਜਦੋਂ ਅਸੀਂ ਅੱਜ ਜਿਹੜਾ ਹੁਣ ਜਿਉਂ ਰਹੇ ਹਾਂ ਉਹ ਤੋਂ ਪਾਸੇ ਹੁੰਦੇ ਹਾਂ। ਸਮਝੋ, ਜੇ ਮੇਰੇ ਬੱਚੇ ਦੀ C- ਆਈ ਆ, ਇਹਦਾ ਅੱਜ ਤੋਂ 20 ਸਾਲਾਂ ਨੂੰ ਬਣਨਾ ਕੁਛ ਨਹੀਂ, ਕਿਉਂਕਿ ਸਾਡਾ ਅੱਜ ਜੋ ਹੋ ਰਿਹਾ ਅਸੀਂ ਉਹਦੇ ਨਾਲ ਜੁੜੇ ਨਹੀਂ। ਐਂਡ ਜੇ ਫੋਰ ਐਗਜ਼ਾਮਪਲ ਜੇ ਤੁਹਾਨੂੰ ਕੋਈ ਤੇਜ਼ ਉੱਚੀ ਬੋਲਦਾ, ਤੁਹਾਨੂੰ ਡਰ ਲੱਗਣ ਲੱਗ ਜਾਂਦਾ ਅੰਦਰੋਂ, ਕਿਉਂਕਿ ਮੇ ਵੀ ਤੁਹਾਡਾ ਫਾਦਰ ਕੋਈ ਇਹੋ ਜਿਹਾ ਫਿਗਰ ਇਹੋ ਜਿਹਾ ਹੋਊਗਾ ਜਿਹਦੀ ਉੱਚੀ ਆਵਾਜ਼ ਨੇ ਤੁਹਾਨੂੰ ਡਰਾਇਆ। ਐਂਡ ਉਹ ਜਿਹੜਾ ਸਰਵਾਈਵਲ ਮੋਡ ਅੱਜ ਵੀ ਤੁਰਿਆ ਆਉਂਦਾ ਤੁਹਾਡੇ ਨਾਲ। ਐਂਡ ਹਰ ਉਹ ਬੰਦਾ ਜਿਹੜਾ ਉੱਚੀ ਬੋਲਦਾ ਤੁਹਾਡੇ ਸਾਹਮਣੇ ਤੁਹਾਨੂੰ ਡਰਾਉਂਦਾ ਵਾ, ਕਿਉਂਕਿ ਇੱਕ ਟਾਈਮ 'ਤੇ ਉਸ ਫਾਦਰ ਤੋਂ ਸ਼ਾਇਦ ਤੁਹਾਡੇ ਕੁੱਟ ਪਈ ਸੀ। ਐਗਜ਼ੈਕਟਲੀ। ਸੋ ਇਹ ਮਿਸਟਰ ਤਿੰਨ ਜਿਵੇਂ ਆਪਾਂ ਕਿਹਾ ਸੌਖਾ ਜਿਹਾ ਕੰਮ ਨਹੀਂ, ਇੱਕ ਨਰਵਸ ਸਿਸਟਮ ਨੂੰ ਟ੍ਰੇਨ ਕਰਨਾ ਸੌਖਾ ਨਹੀਂ। ਇੱਕ ਕਾਮ ਨਰਵਸ ਸਿਸਟਮ ਨੂੰ ਪਰ ਤੁਸੀਂ ਟ੍ਰੇਨ ਕਰ ਸਕਦੇ ਹੋ। ਇੱਕ ਟ੍ਰਿਗਰਡ ਨਰਵਸ ਸਿਸਟਮ ਨਾਲੋਂ ਇੱਕ ਕਾਮ ਨੂੰ ਟ੍ਰੇਨ ਕਰ ਸਕਦੇ ਹੋ ਕਿ ਜ਼ਿਆਦਾ ਸਮਾਂ ਅਸੀਂ ਇੱਕ ਕਾਮ ਨਰਵਸ ਸਿਸਟਮ ਦੇ ਵਿੱਚ ਰਹੀਏ। ਜਿਵੇਂ ਫੋਰ ਐਗਜ਼ਾਮਪਲ ਤੁਹਾਡੇ ਘਰ ਦੇ ਵਿੱਚ 2 ਕਮਰੇ ਆ, ਇੱਕ 'ਚ ਸ਼ਾਂਤੀ ਆ, ਇੱਕ 'ਚ ਜ਼ਿਆਦਾ ਐਮਰਜੈਂਸੀ ਆ। ਹਾਂ ਐਗਜ਼ੈਕਟਲੀ। ਸੋ ਕੋਸ਼ਿਸ਼ ਕਰਨੀ ਅਸੀਂ ਵੀ ਅਸੀਂ ਸੇਫ ਵਾਲੇ ਕਮਰੇ 'ਚ ਰਹੀਏ, ਪਰ ਅਸੀਂ ਰਵਾਂਗੇ ਕਿਵੇਂ? ਉਹਦੇ ਵਿੱਚ 3-4 ਐਕਟੀਵਿਟੀਜ਼ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਤੁਸੀਂ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਜਦੋਂ ਐਂਡ ਇਹ ਜ਼ਰੂਰੀ ਨਹੀਂ ਵੀ ਇੱਕੋ ਦਿਨ ਨਹੀਂ ਇਫੈਕਟਿਵ ਹੋਣੀਆਂ, ਇਹ ਵਕਤ ਲੱਗੂਗਾ ਤੁਹਾਨੂੰ, ਪਰ ਹੌਲੀ ਹੌਲੀ ਤੁਹਾਡਾ ਜਿਹੜਾ ਸਰੀਰ ਆ, ਦਿਮਾਗ ਆ, ਉਹ ਇੱਕ ਸੇਫ ਕਮਰੇ ਵਿੱਚ ਰਹਿਣਾ ਗਿੱਝ ਜੂਗਾ। ਹਾਂਜੀ। ਸੋ ਇੱਕ ਤਾਂ ਜਦੋਂ ਵੀ ਤੁਹਾਡੇ ਅੰਦਰ ਇੱਕ ਭਾਵਨਾ ਆਉਂਦੀ, ਗੁੱਸੇ ਦੀ ਆਉਂਦੀ, ਫਰਸਟ੍ਰੇਸ਼ਨ ਦੀ, ਆਪਦੀ ਅੰਦਰ ਬਾਡੀ ਨੂੰ ਸਕੈਨ ਕਰੋ ਵੀ ਮੇਰੇ ਅੰਦਰ ਬਾਡੀ 'ਚ, ਬਜਾਏ ਇੱਕ ਕਿਸੇ ਤੋਂ ਲੜਨ ਦੀ ਬਜਾਏ ਆਪਦੇ ਅੰਦਰ ਜਾ ਵੜੋ ਵੀ ਮੇਰੀ ਬਾਡੀ ਕਿੱਥੇ ਕੰਬ ਰਹੀ ਆ, ਮੇਰਾ ਢਿੱਡ ਕਿੱਥੇ ਦੁਖ ਰਿਹਾ ਵਾ, ਮੇਰੇ ਫੂਡ ਕਿੱਥੇ ਮੈਨੂੰ ਲੱਗ ਰਿਹਾ ਵੀ ਫਸ ਗਿਆ ਅਤੇ ਸਟਕ ਹੋ ਗਿਆ, ਕਿੱਥੇ ਮੇਰੀ ਚੈਸਟ ਹੈਵੀ ਹੋ ਰਹੀ ਆ। ਆਪਦੇ ਸਿਰ 'ਤੇ ਹੱਥ ਰੱਖੋ ਜਿੱਥੇ ਤੁਹਾਡਾ ਸਿਰ ਭਾਰਾ ਭਾਰਾ ਹੋ ਰਿਹਾ। ਦੂਸਰਾ,
ਫੋਰ ਐਗਜ਼ਾਮਪਲ ਬਰੀਦਿੰਗ ਐਕਸਰਸਾਈਜ਼, ਲੰਮਾ ਸਾਹ ਲੈ ਕੇ ਲੰਮੇ ਲੰਮੇ ਸਾਹ ਛੱਡੋ। ਉਹਦੇ ਨਾਲ ਤੁਹਾਡਾ ਤੁਸੀਂ ਦੇਖੋ ਕਿ ਜਦੋਂ ਤੁਸੀਂ ਲੰਮੇ ਸਾਹ ਲੈ ਕੇ ਉਹ ਤੁਸੀਂ ਸਟ੍ਰੈਸ 'ਚ ਨਹੀਂ ਹੋ ਸਕਦੇ, ਉਹ ਤੁਸੀਂ ਕਾਮ ਹੁੰਦੇ ਹੋ। ਤੁਹਾਡਾ ਨਰਵਸ ਸਿਸਟਮ ਜਿਹੜਾ ਸੇਫ ਵਾਲਾ ਕਮਰਾ ਵਾ ਉਹ ਐਕਟਿਵ ਜ਼ਿਆਦਾ ਹੁੰਦਾ ਵਾ। ਐਗਜ਼ੈਕਟਲੀ, ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ 10-15 ਮਿੰਟ ਸਵੇਰੇ ਉੱਠ ਕੇ ਤੁਹਾਡੇ ਕੋਲ ਡਰਾਈਵਿੰਗ ਕਰਦੇ ਲੰਮੇ ਸਾਹ ਲੈ ਲਓ। ਤੁਸੀਂ ਕੋਈ ਵੀ ਕੰਮ ਕਰਦੇ ਪਏ ਹੋ, ਵਾਕ ਕਰਦੇ ਪਏ ਲੰਮੇ ਲੰਮੇ ਸਾਹ ਲਵੋ। ਉਹਦੇ ਨਾਲ ਤੁਹਾਡਾ ਜਿਹੜਾ ਨਰਵਸ ਸਿਸਟਮ ਸੇਫ ਵਾਲਾ ਐਕਟਿਵ ਜ਼ਿਆਦਾ ਹੋਊਗਾ। ਬਾਕੀ ਕੋਈ ਵੀਡੀਓ ਜੀ ਵੇਖੋ ਜਿਹੜੇ ਹਸਾਵੇ ਤੁਹਾਨੂੰ, ਕਿਉਂਕਿ ਹੱਸਣ ਦੇ ਵਿੱਚ ਐਕਟਿਵ ਹੁੰਦਾ। ਸੋ ਅਸੀਂ ਉਹ ਚੀਜ਼ਾਂ ਕਰਨੀਆਂ ਜਿਸ 'ਚ ਸਾਡਾ ਜਿਹੜਾ ਅੰਦਰਲਾ ਸਿਸਟਮ ਆ ਸੇਫ ਕਮਰੇ 'ਚ ਚਲਿਆ ਜਾਂਦਾ। ਭੱਲੇ ਦਾ ਸ਼ੋਅ ਦੇਖੋ ਜਿਹੜਾ ਵੀ ਜਿਹੜਾ ਵੀ ਹੋ ਸਕਦਾ ਵਾ। ਸੋ ਇਹ ਜਿਹੀਆਂ ਚੀਜ਼ਾਂ। ਬਾਕੀ ਆਪਦੀ ਬਾਡੀ ਦੇ ਰਿਦਮ ਨੂੰ ਸੁਣੋ। ਕਈ ਵਾਰ ਜਦੋਂ ਅਸੀਂ ਖਾਣਾ ਖਾਂਦੇ ਹਾਂ ਨਾ, ਸਾਨੂੰ ਭੁੱਖ ਸਿਰਫ 2 ਰੋਟੀ ਦੀ ਹੁੰਦੀ, ਪਰ ਅਸੀਂ ਤੀਜੀ ਖਾ ਲੈਂਦੇ ਹਾਂ। ਉੱਥੇ ਅਸੀਂ ਆਪਦੀ ਬਾਡੀ ਦੀ ਰਿਦਮ ਨੂੰ ਖਰਾਬ ਕਰਦੇ ਹਾਂ, ਕਿਉਂਕਿ 2 ਰੋਟੀਆਂ ਦੇ ਵਿੱਚ ਤਾਂ ਬਾਡੀ ਸੇਫ ਜ਼ੋਨ 'ਚ ਸੀ, ਤੀਜੀ ਖਾ ਕੇ ਉਹਨੇ ਔਖੀ ਹੋਣਾ। ਪਰ ਜੇ ਤੁਸੀਂ ਮੇਰੇ ਵਾਂਗੂ, ਮੈਨੂੰ ਵੀ ਪ੍ਰੋਬਲਮ ਆ, ਤੁਸੀਂ ਖੜਦੇ ਨਹੀਂ ਜਿੱਥੇ ਤੁਹਾਡੀ ਬਾਡੀ ਨੇ ਕਹਿਤਾ ਵੀ ਬਸ ਫੁੱਲ। ਸੋ ਜਦੋਂ ਤੁਹਾਡੀ ਬਾਡੀ ਰਿਦਮ ਨੂੰ ਸੁਣੋ, ਜਦੋਂ ਤੁਹਾਡੀ ਬਾਡੀ ਕਹਿੰਦੀ ਪਾਣੀ ਪੀਓ, ਜਦੋਂ ਤੁਹਾਡੀ ਬਾਡੀ ਕਹਿੰਦੀ ਆ ਹੰਗਰੀ ਆ ਖਾਓ, ਜਦੋਂ ਤੁਹਾਡੀ ਬਾਡੀ ਕਹਿੰਦੀ ਮੈਂ ਫੁੱਲ ਆ, ਉਹਨੂੰ ਸੁਣੋ। ਸਾਰੀਆਂ ਗੱਲਾਂ ਨਹੀਂ ਸੁਣੀਆਂ ਜਾ ਸਕਦੀਆਂ ਬਾਡੀ ਦੀਆਂ, ਪੰਗੇ ਵੀ ਕਰਵਾ ਦਿੰਦੀ ਬਾਡੀ ਕਈ। ਨਹੀਂ, ਸਾਰੀਆਂ ਨਹੀਂ ਮੇਰੇ ਕਹਿਣ ਦਾ ਮਤਲਬ, ਪਰ ਜਿਹੜਾ ਇੱਕ ਬਾਡੀ ਦਾ ਰਿਦਮ ਆ, ਬਾਕੀ ਉਹਦੇ ਲਈ ਧਿਆਨ ਦੱਸੋ। ਜ਼ਰੂਰੀ ਨਾ ਜੇ ਤੁਹਾਡੀ ਨੈਗੇਟਿਵ ਆਬਵੀਅਸਲੀ ਜਿਹੜੀਆਂ ਸੋਚਾਂ ਉਹ ਵੱਖਰੀ ਚੀਜ਼ ਹੈ। ਇੱਕ ਆਬਵੀਅਸਲੀ ਇੱਕ ਡਿਪਰੈਸ਼ਨ ਆ ਜਿਹੜਾ ਤੁਹਾਨੂੰ ਪ੍ਰੋਪਰਲੀ ਇੱਕ ਟਰੀਟ ਕਰਨਾ ਪੈਂਦਾ ਵਾ। ਬਾਕੀ ਕੋਈ ਵੀ ਐਕਟੀਵਿਟੀ ਇਹ ਜੀ ਆਪਦੀ ਲਾਈਫ ਦੇ ਵਿੱਚ ਚੁਣੋ ਜਿਹੜੀ ਕੁਛ ਲਰਨ ਕਰੋ, ਕਿਉਂਕਿ ਜਦੋਂ ਅਸੀਂ ਲਰਨ ਕਰਦੇ ਨਾ ਅਸੀਂ ਸਟ੍ਰੈਸ 'ਚ ਨਹੀਂ ਜਾ ਸਕਦੇ। ਗੱਲ ਸਹੀ ਹੈ। ਡਾਂਸ ਕਰੋ। ਜੋ ਤੁਸੀਂ ਜ਼ਰੂਰੀ ਨਹੀਂ ਤੁਸੀਂ ਇੱਕ ਪਾਰਟੀ 'ਤੇ ਡਾਂਸ ਕਰਨਾ, ਆਪਦੇ ਘਰ ਦੇ ਵਿੱਚ ਮਿਊਜ਼ਿਕ ਲਾ ਕੇ ਡਾਂਸ ਕਰੋ, ਕਿਉਂਕਿ ਜਦੋਂ ਤੁਸੀਂ ਡਾਂਸ ਮੂਵਸ ਕਰਦੇ ਹੋ ਤੁਹਾਡੀ ਬਾਡੀ ਦਾ ਸਟ੍ਰੈਸ 'ਚ ਜਾਣਾ ਔਖਾ ਵਾ। ਕਦੇ ਦੇਖਿਆ ਤੁਸੀਂ ਜਿਹੜਾ ਬੰਦਾ ਦੁਖੀ ਹੋਵੇ ਤਾਂ ਡਾਂਸ ਕਰਦਾ ਹੋਵੇ? ਕਦੇ ਨਹੀਂ ਹੁੰਦਾ। ਜਿਹੜਾ ਬੰਦਾ ਖੁਸ਼ ਹੋਵੇ ਅੰਦਰੋਂ ਉਹ ਡਾਂਸ ਕਰਦਾ। ਬਹੁਤ ਲੋਕ ਘੱਟ ਆ ਜਿਹੜੇ ਕ੍ਰੋਧ ਡਾਂਸ ਤਾਂਡਵ ਕਰਦੇ। ਹਾਂ, ਪਰ ਆਮ ਨਹੀਂ ਏਦਾਂ ਹੁੰਦਾ ਗਾ। ਤੁਸੀਂ ਖੁਸ਼ ਹੁੰਦਾ ਵਾ। ਜੀ ਹਾਂ। ਸੋ ਇਹੀ ਮੇਰੇ ਥੋੜੇ ਟਿਪਸ ਸੀਗੇ। ਤੇ ਤੁਹਾਡਾ ਫੇਸਬੁੱਕ ਤਾਂ ਉਹੀ ਹੈ? ਹਾਂਜੀ, ਤੁਸੀਂ ਪਲਵਿੰਦਰ ਗਿੱਲ ਪੇਜ 'ਤੇ ਜਾ ਸਕਦੇ ਹੋ, ਫੋਲੋ ਕਰ ਸਕਦੇ ਹੋ। ਉੱਥੇ ਅਸੀਂ ਵੀਡੀਓਜ਼ ਵੀ ਪਾਵਾਂਗੇ, ਆ ਵਾਲੀ ਵੀ ਪੋਡਕਾਸਟ ਉੱਥੇ ਜਾਊਗੀ। ਥੈਂਕ ਯੂ ਮਿਸਟਰ ਤੈਨ। ਥੈਂਕ ਯੂ ਸੋ ਮਚ ਪਲਵਿੰਦਰ ਜੀ। ਪਲਵਿੰਦਰ ਗਿੱਲ ਮਨੋਵਿਗਿਆਨਕ ਕਾਉਂਸਲਰ ਹਨ ਜਿਹੜੇ ਇਹ ਕੀਮਤੀ ਗੱਲਾਂ ਦੱਸ ਕੇ ਗਏ ਨੇ।